दिल्ली गुरुद्वारा प्रबंधक कमेटी ਦੀਆਂ ਜਿਹੜੀਆਂ ਚੋਣਾਂ ਉਹਨਾਂ ਲਈ ਹੁਣ ਤਰੀਕ ਮਿੱਥ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਹੈ ਗੁਰਦੁਆਰਾ ਡਾਇਰੈਕਟਰ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀ ਸਾਰੀਆਂ ਪਾਰਟੀਆਂ ਨੂੰ, ਸਪੈਸ਼ਲੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲਿਖਤੀ ਦੇ ਵਿੱਚ ਦਵੋ ਵੀ ਧਾਰਮਿਕ ਪਾਰਟੀਆਂ ਕਿ ਸਿਆਸੀ ਹੋ, ਉਸ ਤੋਂ ਬਾਅਦ ਇਲੈਕਸ਼ਨਸ ਦੀ ਜਿਹੜੀ ਉਹ ਤੁਹਾਨੂੰ ਪਰਮਿਸ਼ਨ ਮਿਲੇਗੀ। ਤੇ ਹੁਣ ਤਾਂ ਸਿੱਧੇ ਤੌਰ ਦੇ ਉੱਤੇ ਜਦੋਂ ਅਨਾਉਂਸਮੈਂਟ ਹੀ ਹੋ ਗਈ ਹੈ ਇਲੈਕਸ਼ਨਸ ਦੀ ਤੇ ਅਕਾਲੀ ਦਲ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਸਾਬਿਤ ਕਰਨ ਦਾ ਤੇ ਸੋਚਣ ਸਮਝਣ ਦਾ ਕਿੰਨਾ ਕੁ ਵੱਡਾ ਝਟਕਾ ਉਹਨਾਂ ਲਈ। ਉਹ ਸੰਵਿਧਾਨ ਨਹੀਂ ਰੱਖ ਸਕਦੇ ਕਿ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਉੱਥੇ ਸੈਕੂਲਰ ਪਾਰਟੀ ਹੈ ਤੇ ਇੱਥੇ ਜਦੋਂ ਚੋਣਾਂ ਲੜਦੇ ਆ ਤੇ ਉਦੋਂ ਇਹ ਧਾਰਮਿਕ ਪਾਰਟੀ ਹੈਗੀ। ਇਸ ਕਿਸਮ ਦਾ ਜਿਹੜਾ ਉਹ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ। ਇਹ ਤੇ ਬਲਵੰਤ ਸਿੰਘ ਖੇੜਾ ਇਸ ਗੱਲ ਦੇ ਪੰਜਾਬ ਵਿੱਚ ਇਸ ਗੱਲ ਤੇ ਕਾਫੀ ਉਹ ਵੀ ਕਾਨੂੰਨ ਲੜਾਈ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬੜੀ ਦੇਰ ਦੀ ਲੜ ਰਹੇ ਆ। ਕਈ ਕਿਸਮ ਦੇ ਵਰਡਿਕਟ ਵੀ ਉਹਨਾਂ ਨੂੰ ਮਿਲੇ। 9 ਮਾਰਚ ਦਾ ਰਿਸ਼ਤਾ ਅਕਾਲੀ ਦਲ ਦਾ ਬੀਜੇਪੀ ਨਾਲ ਸੀਗੀ, ਉਹ ਸਿੱਧਾ ਨਹੀਂ ਕਰ ਰਹੇ। ਉਹਨਾਂ ਨੇ ਆਮ ਆਦਮੀ ਪਾਰਟੀ ਰਾਹੀਂ ਖਵਾਇਆ ਜਾਂ ਕਰਾਇਆ ਜਾਂ ਕਿਸੇ ਦੇ ਰਾਹੀਂ ਹੋਰ ਕਰਵਾ ਕੇ ਉਹ ਚਾਹੁੰਦੇ ਤੇ ਹੈ ਕਿ ਇਹਨਾਂ ਨੂੰ ਥੋੜਾ ਐਮਬੈਰਸ ਕੀਤਾ ਜਾਏ। ਅਕਾਲੀ ਦਲ ਤੋਂ ਬਿਨਾਂ ਜਦੋਂ ਦਿੱਲੀ ਕਮੇਟੀ ਦੇ ਮੈਂਬਰ ਜਦੋਂ ਚੋਣਾਂ ਲੜਨਗੇ ਤਾਂ ਫਿਰ ਉਹਨਾਂ ਦੇ ਲਈ ਕੀ ਲੱਗਦਾ ਵੀ ਕਿੰਨੀ ਕੁ ਮੁਸ਼ਕਿਲ ਹੋ ਸਕਦੀ, ਕਿਉਂਕਿ ਜਦੋਂ ਮਨਜੀਤ ਜੀਕੇ ਹੋਣੀ ਜਦੋਂ ਲੜੇ ਸੀਗੇ ਔਰ ਉਸ ਟਾਈਮ ਜੀਕੇ ਹੋਣੀ ਜਦੋਂ ਚੋਣ ਲੜੇ ਸੀ ਤਾਂ ਉਦੋਂ ਵੀ ਪੋਸਟਰਾਂ ਦੇ ਉੱਤੇ ਬਕਾਇਦਾ ਵੱਡੇ ਬਾਦਲ ਸਾਹਿਬ ਦੀਆਂ ਫੋਟੋਆਂ ਲਗਾਈਆਂ ਗਈਆਂ ਸੀਗੀਆਂ ਤੇ ਚੋਣ ਪ੍ਰਚਾਰ ਦੌਰਾਨ ਉਹ ਕਾਫੀ ਹਾਈਲਾਈਟ ਹੋਈਆਂ ਸੀਗੀਆਂ। ਤੇ ਹੁਣ ਤਾਂ ਫਿਰ ਪੋਸਟਰਾਂ ਦੇ ਵਿੱਚ ਵੀ ਫੋਟੋਆਂ ਨਹੀਂ ਹੋਣੀਆਂ। ਸਾਰਿਆਂ ਨੂੰ ਜੱਗ ਜਾ ਰਿਹਾ, ਮੈਂਬਰਾਂ ਨੂੰ ਤੇ ਜੱਗ ਜਾ ਰਹੀ ਹੈਗਾ ਕਿ ਮਨਜਿੰਦਰ ਕਿਹਦੇ ਨਾਲ ਆ, ਕਿਹੜੇ ਪਾਰਟੀ ਦਾ ਹੈਗਾ। ਮਨਜਿੰਦਰ ਆਪਣੀਆਂ ਲਾ ਲਵੇ ਉਹਦੀ ਤੇ ਲੱਗ ਹੀ ਸਕਦੀ ਹੈ ਮੇਰਾ ਖਿਆਲ, ਕਿ ਕਿਉਂਕਿ ਉਹ ਤੇ ਉਹਦੇ ਪ੍ਰਧਾਨ ਹੈ, ਜੇ ਉਹਦੀ ਨਹੀਂ ਲੱਗੂ ਫਿਰ ਤੇ ਬਿਲਕੁਲ ਨਹੀਂ। ਥੋੜਾ ਕਿਸੇ ਤਰੀਕੇ ਨਾਲ ਜਿਹੜੀ ਸਰਸਾ ਪੋਲਿਟਿਕਸ ਇਹਦੇ ਵਿੱਚ ਇਹ ਆ, ਸਰਨਾ ਨੂੰ ਆਪਾਂ ਜੀਕੇ ਇਹਨਾਂ ਤੋਂ ਬਾਹਰ ਗਿਆ, ਉਹਦੀ ਇੱਕ ਆਪਣੀ ਹੈ। ਆਮ ਆਦਮੀ ਪਾਰਟੀ ਦਾ ਵੀ ਇੱਕ ਛੋਟਾ ਮੋਟਾ ਗਰੁੱਪ ਕੋਈ ਖੜਾ ਕੀਤਾ ਹੋਇਆ ਲੋਕਲ, ਉਹ ਵੀ ਉਹਦੇ ਚ ਇਸ ਸਾਰੀ ਚੀਜ਼ ਚ ਸ਼ਾਮਲ ਹੋਣਾ ਚਾਹੁੰਦੇ ਆ। ਤਾਂ ਇਹ ਜਿਹੜੀ ਗੁਰਦੁਆਰਾ ਪੋਲਿਟਿਕਸ ਵਿੱਚ ਇਸ ਵੇਲੇ ਜਿਹੜਾ ਨਾਮਣਾ ਮਨਜਿੰਦਰ ਸਰਸਾ ਨੇ ਖੱਟਿਆ ਜੀ ਪਿਛਲੇ 4-5 ਮਹੀਨਿਆਂ ਚ, ਤੇ ਕੁਦਰਤੀ ਹੈ ਕਿ ਉਹ ਬਾਕੀ ਦੇ ਚਾਹੁੰਦੇ ਆ ਕਿ ਇਹਨੂੰ ਥੋੜਾ ਜਿਹਾ ਇਹਦਾ ਸਾਈਜ਼ ਥੱਲੇ ਲਿਆਂਦਾ ਜਾਏ ਤਾਂ ਕਿ ਅਸੀਂ ਬਰਾਬਰ ਦੀ ਇਲੈਕਸ਼ਨ ਜਿਹੜੀ ਥੋੜੀ ਕਰ ਸਕੀਏ। ਬਿਲਕੁਲ ਇਹਨਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਨੂੰ ਫਾਇਦਾ ਵੀ ਬਹੁਤ ਹੁੰਦਾ ਸੀਗਾ ਜਦੋਂ ਦਿੱਲੀ ਚੋਣਾਂ ਦੇ ਵਿੱਚ ਵੀ ਪੈਰ ਰੱਖਦੀ ਸੀ। ਐਸਜੀਪੀਸੀ ਚੋਣਾਂ ਦੇ ਵਿੱਚ ਤਾਂ ਚਲੋ ਹੈ ਹੀ ਹੈ, ਹੁਣ ਇੱਧਰ ਵੀ ਕਾਫੀ ਉਹਨਾਂ ਦਾ ਦਬਦਬਾ ਜਿਹੜਾ ਚੱਲਦਾ ਸੀਗਾ। ਦੂਜੇ ਪਾਸੇ ਇੱਕ ਪਾਸੇ ਬੀਜੇਪੀ ਨਾਲ ਰਿਸ਼ਤਾ ਟੁੱਟਣਾ, ਦੂਜੇ ਪਾਸੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਉਹਨਾਂ ਦੇ ਖਿਲਾਫ ਬਣਿਆ ਹੋਇਆ ਹੈ। ਇੱਕ ਪਾਸੇ ਕਈ ਤਬਕੇ ਉਹਨਾਂ ਤੋਂ ਨਾਰਾਜ਼ਗੀ ਜਤਾ ਰਹੇ ਨੇ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਕਰੋਨਾ ਹੋ ਗਿਆ ਸੀਗਾ, ਉਹਦੀ ਤਬੀਅਤ ਕਾਫੀ ਜਿਹੜੀ ਹੈ ਨਾਜ਼ੁਕ ਜਿਹੀ ਰਹੀ। ਅਜਿਹੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਪਹਿਲਾਂ ਹੀ ਮੁਸ਼ਕਿਲਾਂ ਦੇ ਦੌਰ ਦੇ ਵਿੱਚ ਘਿਰਿਆ ਨਜ਼ਰ ਆ ਰਿਹਾ। ਅਜਿਹੇ ਦੇ ਵਿੱਚ ਇਹਨਾਂ ਇਲੈਕਸ਼ਨਸ ਨੂੰ ਇਮੀਡੀਏਟਲੀ ਅਨਾਉਂਸ ਕਰ ਦੇਣਾ ਕਿਤੇ ਨਾ ਕਿਤੇ ਇਹ ਦੇਖਿਆ ਜਾ ਰਿਹਾ ਵੀ ਸਰਨਾ ਗਰੁੱਪ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ। ਬੜੇ ਲੋਕ ਤਰਲੋ ਮੱਛੀ ਹੁੰਦੇ ਆ ਇੱਥੇ, ਜੋ ਅਸੈਂਬਲੀਆਂ 'ਚ ਆ ਉਹੀ ਐਚਪੀਸੀ ਦੀ ਹਾਲਤ ਹੈ, ਸੱਤਾ ਤੇ ਕਬਜ਼ਾ ਕਰਨਾ। ਜਿਹੜਾ ਕਹਿੰਦਾ ਕਿ ਮੇਰਾ ਹੋ ਜੇ, ਹੁਣ 926 ਕਰੋੜ ਦਾ ਬਜਟ ਹੁਣੇ ਪਾਸ ਹੋਇਆ ਹੈ ਨਾ, ਤੇ ਏਡਾ ਵੱਡਾ ਬਜਟ ਜਿਹੜਾ ਆ ਉਸ ਦੇ ਉੱਤੇ ਕਿਹਦਾ ਕਬਜ਼ਾ ਹੋਵੇ। ਇਹ ਗੱਲ ਤੇ ਆਪਣੀ ਮਰਜ਼ੀਆਂ ਨਾਲ ਕਿਹਨੂੰ ਸਕੂਲਾਂ ਕਾਲਜਾਂ ਚ ਲਾਉਣਾ, ਕਿਹਨੂੰ ਪ੍ਰਮੋਟ ਕਰਨਾ, ਕਿਹਨੂੰ ਨਹੀਂ ਕਰਨਾ, ਇਹੋ ਜਿਹੀਆਂ ਹੀ ਆ। ਹੋਰ ਇਹਦੋਂ ਵੱਧ ਤੇ ਕੋਈ ਜ਼ਿਆਦਾ ਸਰੋਕਾਰ ਕੋਈ ਬਹੁਤੇ ਦਿਖਦੇ ਨਹੀਂ। ਇਹ ਬੇਗਮਪੁਰਾ ਦਾ ਜਿਹੜਾ ਮੈਸੇਜ ਆ ਇਹ ਅਸਲ ਮਾਨਿਆਂ ਚ ਐਸਜੀਪੀਸੀ ਜਾਂ ਇਹਨਾਂ ਸੰਸਥਾਨਾਂ ਚ ਵੀ ਦਿਖਣਾ ਚਾਹੀਦਾ ਨਾ, ਪਰ ਨਹੀਂ ਦਿਖਦਾ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਮੈਂ ਸ਼ਹਿਰੀ ਦ ਮਾਰਨਿੰਗ ਸ਼ੋਅ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਗੱਲਾਂ ਬਾਤਾਂ ਦੇ ਲਈ ਹੁਣ ਅਸੀਂ ਜੁੜ ਤਾਂ ਚੁੱਕੇ ਹਾਂ। ਹੁਣ ਤੁਸੀਂ ਆਪਣੇ ਟੀਵੀ ਵੀ ਜਿਹੜੇ ਆ ਔਨ ਕਰ ਹੀ ਲਏ ਹੋਣਗੇ ਤੇ ਮੇਰੀ ਗੱਲ ਵੀ ਸੁਣ ਰਹੇ ਹੋਣਗੇ। BC ਦੇ ਵਿੱਚ ਆਪਾਂ ਸਾਰਿਆਂ ਨੂੰ ਥੋੜਾ ਜਿਹਾ ਝਟਕਾ ਜ਼ਰੂਰ ਲੱਗਿਆ ਹੈ, ਕਿਉਂਕਿ ਹੁਣ ਆਪਾਂ ਨੂੰ ਡਾਈਨਿੰਗ ਜਿਹੜੀ ਰੈਸਟੋਰੈਂਟਾਂ ਦੇ ਵਿੱਚ ਸੀਗੀ ਜਾਂ ਕਿਤੇ ਵੀ ਆਪਾਂ ਜਾ ਕੇ ਖਾਣਾ ਖਾ ਸਕਦੇ ਸੀ, ਉਹ ਜਿਹੜੀ ਪਾਬੰਦੀ ਲੱਗ ਚੁੱਕੀ ਹੈ। ਇਸ ਤੋਂ ਇਲਾਵਾ ਰਿਲੀਜੀਅਸ ਥਾਵਾਂ ਦੇ ਉੱਤੇ ਗੈਦਰਿੰਗ ਦੀ ਥੋੜੀ ਬਹੁਤ ਖੁੱਲ੍ਹ ਮਿਲੀ ਸੀਗੀ, ਉਹ ਵੀ ਜਿਹੜੀ ਹੈ ਪਾਬੰਦੀ ਲੱਗ ਚੁੱਕੀ ਹੈ। ਇਨਡੋਰ ਜਿੱਥੇ ਫਿਜ਼ੀਕਲ ਐਕਟੀਵਿਟੀਜ਼ ਯਾਨੀ ਜਿਮ ਵਗੈਰਾ ਜਿਹੜੇ ਲੋਕ ਜਾ ਸਕਦੇ ਸੀ, ਇਨਡੋਰ ਐਕਸਰਸਾਈਜ਼ ਕਰਦੇ ਸੀ, ਉਹ ਵੀ ਫਿਲਹਾਲ ਦੇ ਲਈ ਜਿਹੜੀ ਹੈ ਰੋਕ ਉਸ 'ਤੇ ਲੱਗ ਚੁੱਕੀ ਹੈ। ਔਰ ਰੋਕ ਦਾ ਕਾਰਨ ਅਸੀਂ ਸਾਰੇ ਜਾਣਦੇ ਹਾਂ, ਕਰੋਨਾ ਵਾਇਰਸ ਦੇ BC ਦੇ ਵਿੱਚ ਜਿਸ ਤਰੀਕੇ ਨਾਲ ਮਾਮਲੇ ਵੱਧ ਰਹੇ ਨੇ ਉਸੇ ਕਰਕੇ ਇਹ ਪਾਬੰਦੀਆਂ ਲੱਗੀਆਂ ਨੇ। ਪਰ ਕਿਤੇ ਨਾ ਕਿਤੇ ਹੋ ਸਕਦਾ ਤੁਹਾਨੂੰ ਥੋੜ੍ਹੀ ਜਿਹੀ ਮੇਰੀ ਗੱਲ ਬੁਰੀ ਲੱਗੇ, ਪਰ ਅਸੀਂ ਸਾਰੇ ਇਸ ਗੱਲ ਦੇ ਆਪ ਹੀ ਜ਼ਿੰਮੇਵਾਰ ਹਾਂ। ਤੁਸੀਂ ਆਪਣੇ ਖੁਦ ਅੰਦਰ ਝਾਤੀ ਮਾਰ ਕੇ ਦੇਖਣਾ ਕਿ ਅਸੀਂ ਸਾਰੇ ਇਸ ਚੀਜ਼ ਲਈ ਜ਼ਿੰਮੇਵਾਰ ਹਾਂ ਜਾਂ ਨਹੀਂ ਹਾਂ, ਕਿਉਂਕਿ ਜਦੋਂ ਗੈਦਰਿੰਗ ਦੇ ਲਈ ਬਾਰ-ਬਾਰ ਸਿਹਤ ਅਧਿਕਾਰੀਆਂ ਦੇ ਵੱਲੋਂ ਤਾਕੀਦ ਕੀਤੀ ਜਾ ਰਹੀ ਹੈ, ਨਾ ਸਿਰਫ ਕੈਨੇਡਾ ਦੇ ਵਿੱਚ, BC ਦੇ ਵਿੱਚ, ਵਰਲਡ ਵਾਈਡ ਹੀ ਹਰ ਥਾਂ ਦੇ ਉੱਤੇ, ਪੂਰੇ ਵਿਸ਼ਵ ਪੱਧਰ ਦੇ ਉੱਤੇ ਇਹ
ਮੈਸੇਜ ਕਨਵੇ ਕੀਤਾ ਜਾ ਰਿਹਾ ਕਿ ਜਿੰਨਾ ਹੋ ਸਕੇ ਫੋਲੋ ਕਰੋ ਨਿਯਮਾਂ ਨੂੰ, ਕਿਉਂਕਿ ਇਹ ਮਹਾਮਾਰੀ ਜਿਹੜੀ ਹੈ ਇਹ ਕਿਸੇ ਦੀ ਸਗੀ ਨਹੀਂ ਹੈ ਔਰ ਇਹ ਸਭ ਨੂੰ ਹੋ ਕੇ ਰਹੇਗੀ, ਔਰ ਜਿੰਨਾ ਕੋਈ ਬਚ ਸਕਦਾ ਇਸ ਤੋਂ ਬਚੇ। ਔਰ ਅਸੀਂ ਆਪਣਿਆਂ ਦਾ ਹਾਲ ਇਸ ਦੇ ਵਿੱਚ ਬੁਰਾ ਹੁੰਦੇ ਵੀ ਦੇਖਿਆ ਹੈ। ਸੋ ਇਸ ਲਈ ਹੁਣ ਜ਼ਰੂਰ ਕੋਸ਼ਿਸ਼ ਕਰੋ ਕਿ ਜਿੰਨੇ BC ਦੇ ਵਿੱਚ ਮਾਮਲੇ ਵੱਧ ਚੁੱਕੇ ਸੀ, ਜਿਸ ਕਰਕੇ ਕਈ ਚੀਜ਼ਾਂ ਬੰਦ ਹੋ ਗਈਆਂ ਨੇ, ਤੇ ਅੱਗੇ ਲੋਕਡਾਊਨ ਵਾਲੀ ਸਿਚੁਏਸ਼ਨ ਅਸੀਂ ਨਾ ਲਿਆਈਏ। ਥੋੜ੍ਹੀਆਂ ਬਹੁਤੀਆਂ ਥਾਵਾਂ ਜਿਹੜੀਆਂ ਖੁੱਲੀਆਂ ਹੋਈਆਂ ਨੇ ਤੇ ਉਹਨਾਂ ਨੂੰ ਆਪਾਂ ਬੰਦ ਨਾ ਕਰਵਾ ਲਈਏ। ਸੋ ਪਲੀਜ਼ ਕੋਸ਼ਿਸ਼ ਕਰਿਓ ਕਿ ਹੁਣ ਇਹਨਾਂ ਨਿਯਮਾਂ ਦਾ ਖਿਆਲ ਰੱਖਿਓ, ਤਾਂ ਹੀ ਤੁਸੀਂ ਇਸ ਵਾਇਰਸ ਤੋਂ ਜਿਹੜਾ ਉਹ ਬਚ ਸਕਦੇ ਹੋ। ਇਸ ਤੋਂ ਇਲਾਵਾ ਆਲੇ ਦੁਆਲੇ ਦੀਆਂ ਸਰਗਰਮੀਆਂ ਦੇ ਉੱਤੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਵੀ ਭਾਰਤ ਵੱਲ ਨੂੰ ਜੇ ਆਪਾਂ ਰੁਖ ਕਰਦੇ ਹਾਂ ਤਾਂ DSGMC ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਸੀ, ਥੋੜ੍ਹੇ ਦਿਨ ਪਹਿਲਾਂ ਤਾਂ ਆਪਾਂ ਗੱਲ ਇਹ ਕਰ ਰਹੇ ਸੀਗੇ ਵੀ ਜਿਸ ਤਰੀਕੇ ਨਾਲ ਡਾਇਰੈਕਟਰ ਜਿਹੜੇ ਨੇ ਚੋਣਾਂ ਦੇ, ਉਹਨਾਂ ਨੇ ਕਿਸੇ ਗੁਰਦੁਆਰਾ ਕਮੇਟੀ ਦੇ ਡਾਇਰੈਕਟਰ ਨੇ ਇਹ ਨੋਟਿਸ ਭੇਜ ਦਿੱਤਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਨੋਟਿਸ ਗਿਆ ਔਰ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਧਾਰਮਿਕ ਪਾਰਟੀ ਹੋ ਜਾਂ ਸਿਆਸੀ ਹੋ, ਇਹ ਲਿਖਤੀ ਦੇ ਵਿੱਚ ਦੇਵੋ। ਇਸੇ ਲਈ ਉਹੀ ਪਾਰਟੀ ਸਿਰਫ ਗੁਰਦੁਆਰੇ ਦੀਆਂ ਚੋਣਾਂ ਜਿਹੜੀਆਂ ਲੜ ਸਕਦੀ ਹੈ, DSGMC ਦੀਆਂ। ਔਰ ਸਾਰੀਆਂ ਪਾਰਟੀਆਂ ਨੂੰ ਇਹੀ ਗੱਲ ਕਹੀ ਸੀ ਵੀ ਲਿਖਤੀ ਰੂਪ ਦੇ ਵਿੱਚ ਇਹ ਚੀਜ਼ ਦਿੱਤੀ ਜਾਵੇ ਵੀ ਸਿਆਸੀ ਪਾਰਟੀ ਹੋ ਜਾਂ ਧਾਰਮਿਕ ਪਾਰਟੀ ਹੋ। ਸੋ ਇਹ ਹਜੇ ਨੋਟਿਸ ਹੀ ਗਿਆ ਸੀ ਤੇ ਅਜੇ ਸੁਗਬੁਗਾਹਟ ਜਿਹੀ ਚੱਲ ਰਹੀ ਸੀਗੀ ਵੀ ਇਲੈਕਸ਼ਨ ਜਿਹੜੇ ਨੇ ਉਹ ਕਦੋਂ ਹੋਣ ਜਾ ਰਹੇ ਨੇ, ਤੇ ਹੁਣ ਜਿਹੜੀ ਹੈ ਡੇਟ ਡਿਕਲੇਅਰ ਹੋ ਚੁੱਕੀ ਹੈ, ਯਾਨੀ ਅਨਾਉਂਸਮੈਂਟ ਹੋ ਚੁੱਕੀ ਹੈ ਕਿ ਹੁਣ ਇਹ ਚੋਣਾਂ ਜਲਦੀ ਹੋਣ ਜਾ ਰਹੀਆਂ ਨੇ। ਕੱਲ੍ਹ ਤੋਂ ਤਾਂ ਨੋਮੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। 7 ਅਪ੍ਰੈਲ ਤੱਕ ਇਹ ਨੋਮੀਨੇਸ਼ਨ ਜਿਹੜੇ ਭਰੇ ਜਾਣਗੇ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਇਲੈਕਸ਼ਨਸ ਹੋਣ ਜਾ ਰਹੀਆਂ ਨੇ। ਔਰ ਦੱਸ ਦਈਏ ਕਿ ਇਲੈਕਸ਼ਨਸ ਦੇ ਲਈ ਜਿਹੜੀ ਹੈ ਡੇਟ ਮਿਤ ਦਿੱਤੀ ਗਈ ਹੈ 25 ਤਰੀਕ ਨੂੰ ਕਹਿ ਰਹੇ ਨੇ ਕਿ ਜਿਹੜੀਆਂ ਵੋਟਾਂ ਪੈਣੀਆਂ ਨੇ ਔਰ ਨੋਮੀਨੇਸ਼ਨ ਤਾਂ ਕੱਲ ਤੋਂ ਸ਼ੁਰੂ ਹੋ ਰਹੇ ਨੇ ਔਰ 28 ਅਪ੍ਰੈਲ ਤੱਕ ਜਿਹੜਾ 28 ਤੱਕ ਨਤੀਜੇ ਵੀ ਸਾਹਮਣੇ ਆ ਜਾਣਗੇ। ਸੋ ਅਜਿਹੇ ਦੇ ਵਿੱਚ ਇੱਕ ਪਾਸੇ ਅਸੀਂ ਸਾਰੇ ਜਾਣਦੇ ਆ ਵੀ ਸਰਨਾ ਗਰੁੱਪ ਤਾਂ ਹੈ ਹੀ ਹੈ ਔਰ ਇੱਕ ਪਾਸੇ ਜਿਹੜਾ ਅਸੀਂ ਅਕਾਲੀ ਦਲ ਦੇ ਲਈ ਇਹਨੂੰ ਵੱਡੇ ਝਟਕੇ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ। ਇਸ ਬਾਬਤ ਅਸੀਂ ਪ੍ਰੋਫੈਸਰ ਮਨਜੀਤ ਸਾਡੇ ਨਾਲ ਜੁੜਨਗੇ, ਉਹਨਾਂ ਦੇ ਨਾਲ ਅਸੀਂ ਡਿਟੇਲ ਦੇ ਵਿੱਚ ਇਸ ਤੇ ਗੱਲ ਕਰਾਂਗੇ ਵੀ ਹੁਣ ਅੱਗੇ ਦਾ ਰਸਤਾ ਜਿਹੜਾ ਉਹ ਕੀ ਬਣਦਾ ਦਿਖਾਈ ਦੇ ਰਿਹਾ, ਸਪੈਸ਼ਲੀ ਅਕਾਲੀ ਦਲ ਦੇ ਲਈ। ਦੂਜੀ ਵੱਡੀ ਖਬਰ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਉਹ ਹੈ ਹਜ਼ੂਰ ਸਾਹਿਬ। ਸ਼੍ਰੀ ਹਜ਼ੂਰ ਸਾਹਿਬ ਦੇ ਵਿੱਚ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ, ਟੀਵੀ ਸਕਰੀਨ ਤੇ ਪਹਿਲਾਂ ਇਹ ਤਸਵੀਰਾਂ ਵੀ ਤੁਹਾਨੂੰ ਨਾਲ ਅਸੀਂ ਦਿਖਾ ਦਈਏ। ਇਹਨਾਂ ਤਸਵੀਰਾਂ ਨੂੰ ਦੇਖੋ, ਇਹ ਹੋਲੇ ਮਹੱਲੇ ਮੌਕੇ ਜਿਹੜੇ ਹਾਲਾਤ ਨੇ ਉਹ ਬਣਦੇ ਦਿਖਾਈ ਦਿੱਤੇ, ਪਰ ਇਹ ਕੋਈ ਸੈਲੀਬ੍ਰੇਸ਼ਨ ਨਜ਼ਰ ਨਹੀਂ ਆ ਰਿਹਾ। ਬਕਾਇਦਾ ਤਲਵਾਰਾਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ ਤੇ ਤਸਵੀਰ ਜਿਹੜੀ ਦਿਖਾਈ ਦੇ ਰਹੀ ਹੈ ਉਸ ਦੇ ਵਿੱਚ ਸਿੱਖਾਂ ਦੀ ਤੇ ਪੁਲਿਸ ਦੀ ਝੜਪ ਦਿਖਾਈ ਦੇ ਰਹੀ ਹੈ। ਇਹ ਝੜਪ ਹੋਈ ਹੈ ਔਰ ਦੱਸ ਦਈਏ ਕਿ ਬਹੁਤ ਹੀ ਨਿੰਦਣਯੋਗ ਘਟਨਾ ਕਹੀ ਜਾ ਰਹੀ ਹੈ। ਕਰੋਨਾ ਦੇ ਕਾਰਨ ਸਿੱਖਾਂ ਨੂੰ ਹੋਲਾ ਮਹੱਲਾ ਨਾ ਕੱਢਣ ਦੇਣ ਤੋਂ ਨਾਰਾਜ਼ ਸਿੱਖਾਂ ਨੇ ਬੈਰੀਕੇਡ ਤੋੜ ਕੇ ਤਲਵਾਰਾਂ ਦੇ ਨਾਲ ਪੁਲਿਸ ਦੇ ਉੱਤੇ ਹਮਲਾ ਕੀਤਾ, ਜੋ ਤਸਵੀਰਾਂ ਬਿਆਨ ਕਰ ਰਹੀਆਂ ਨੇ। ਇਸ ਕਾਰਨ 4 ਪੁਲਿਸ ਮੁਲਾਜ਼ਮ ਕਹਿੰਦੇ ਨੇ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਔਰ ਇਹਨਾਂ ਦੇ ਵਿੱਚੋਂ ਇੱਕ ਦੀ ਤਾਂ ਹਾਲਤ ਵੀ ਗੰਭੀਰ ਬਣੀ ਹੋਈ ਹੈ। ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਗੁਰਦੁਆਰੇ ਦੇ ਗੇਟ ਦੇ ਅੱਗੇ ਲਗਾਏ ਬੈਰੀਕੇਡ ਸਿੱਖਾਂ ਨੇ ਤੋੜ ਦਿੱਤੇ ਤੇ ਪੁਲਿਸ ਵਾਲਿਆਂ ਨੂੰ ਭਜਾ ਕੇ ਕੁੱਟਿਆ ਤੇ ਉਹਨਾਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਸੰਬੰਧੀ ਪੁਲਿਸ ਨੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਤਖਤ ਸ਼੍ਰੀ ਹਜ਼ੂਰ ਸਾਹਿਬ ਵਿੱਚ ਹੋਈ ਘਟਨਾ ਦੇ ਮਾਮਲੇ ਦੇ ਵਿੱਚ ਨਾਂਦੇੜ ਜ਼ਿਲ੍ਹੇ ਦੇ ਵਿੱਚ ਵਜ਼ੀਰਾਬਾਦ ਥਾਣੇ ਦੇ ਵਿੱਚ 64 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਦੱਸਦੇ ਕਿ ਸਿੱਖ ਧਰਮ ਦੇ 5 ਤਖਤਾਂ ਦੇ ਵਿੱਚੋਂ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਮਨਾ ਰਹੇ ਸਿੱਖ ਸ਼ਰਧਾਲੂਆਂ ਦੀ ਪੁਲਿਸ ਦੇ ਨਾਲ ਝੜਪ ਹੋਈ। ਝੜਪ ਦਾ ਕਾਰਨ ਸੀ ਕਿ ਹਰ ਸਾਲ ਇੱਥੇ ਹੋਲਾ ਮਹੱਲਾ ਮੌਕੇ ਇੱਕ ਹੱਲਾ ਬੋਲ ਨਾਂ ਦੀ ਯਾਤਰਾ ਕੱਢੀ ਜਾਂਦੀ ਹੈ। ਇਸ ਸਾਲ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਸ ਯਾਤਰਾ ਨੂੰ ਕੱਢਣ ਦੀ ਇਜਾਜ਼ਤ ਜਿਹੜੀ ਹੈ ਉਹਨਾਂ ਨੂੰ ਦਿੱਤੀ, ਜਿਸ ਤੋਂ ਬਾਅਦ ਸਿੱਖ ਸ਼ਰਧਾਲੂਆਂ ਤੇ ਪੁਲਿਸ ਦੇ ਵਿਚਾਲੇ ਇਸ ਕਦਰ ਝੜਪ ਹੋਈ, ਜਿਸ ਦੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਸਾਫ਼ ਦਿਖਾਈ ਦੇ ਰਹੀਆਂ ਨੇ। ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਕੀ ਸੋਚ ਸਕਦੇ ਹੋ, ਸਪੈਸ਼ਲੀ ਜਦੋਂ ਕੈਨੇਡਾ ਦੇ ਵਿੱਚ ਅਸੀਂ ਬੈਠੇ ਹੁੰਨੇ ਆ ਤੇ ਜਦੋਂ ਇਦਾਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਕੀ ਮਨ ਦੇ ਵਿੱਚ ਆਉਂਦਾ ਹੈ। ਇਹ ਬਹੁਤ ਹੀ, ਜੇ ਇਹ ਘਟਨਾ ਵਾਪਰੀ ਹੈ ਤਾਂ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਕਹੀ ਜਾ ਸਕਦੀ ਹੈ। ਕੁਝ ਮੌਕੇ ਹੁੰਦੇ ਨੇ ਅਜਿਹੇ ਜਦੋਂ ਪੂਰੇ ਪਰਿਵਾਰਾਂ ਸਮੇਤ ਸਾਰੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਨਤਮਸਤਕ ਹੁੰਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਅਰਦਾਸ ਕਰਨ ਦੇ ਲਈ, ਮੱਥਾ ਟੇਕਣ ਦੇ ਲਈ। ਸੋ ਕਰੋਨਾ ਵਾਇਰਸ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਵੀ ਨਾ ਇੱਥੇ ਇਕੱਠ ਇਸ ਵਾਰ ਕਰੀਏ, ਕਿਉਂਕਿ ਕੋਈ ਨਾ ਕੋਈ ਅਨਹੋਣੀ ਜਿਹੜੀ ਹੈ ਉਹ ਹੋ ਸਕਦੀ। ਵਾਇਰਸ ਇਸ ਵੇਲੇ ਸਾਰਿਆਂ ਦੇ ਉੱਤੇ ਮੰਡਰਾ ਹੀ ਰਿਹਾ। ਸੋ ਹਰ ਸਾਲ ਇੱਥੇ ਜਿਹੜੀ ਯਾਤਰਾ ਕੱਢੀ ਜਾ ਰਹੀ ਹੈ, ਕੁਝ ਸਿੱਖ ਨੌਜਵਾਨ ਜਿਹੜੇ ਸੀ ਉਹ ਇਸ ਗੱਲ ਦੇ ਉੱਤੇ ਅੜ ਗਏ ਵੀ ਮਰਿਆਦਾ ਦੇ ਅਨੁਸਾਰ ਜਿਹੜੀ ਇਹ ਯਾਤਰਾ ਅਸੀਂ ਕੱਢਣੀ। ਹਾਲਾਂਕਿ ਪੁਲਿਸ ਤੇ
ਇਹਨਾਂ ਜਿਹੜੇ ਕਹਿ ਸਕਦੇ ਹਾਂ ਅਸੀਂ ਸੰਗਤਾਂ ਦੇ ਵਿਚਾਲੇ ਸਹਿਮਤੀ ਜ਼ਰੂਰ ਬਣ ਗਈ ਸੀ ਵੀ ਬਾਹਰ ਨਾ ਕੱਢਿਓ, ਠੀਕ ਹੈ, ਗੁਰਦੁਆਰੇ ਦੇ ਵਿੱਚ ਜਿਹੜੀ ਹੈ ਇਹ ਯਾਤਰਾ ਕੱਢ ਲਵੋ। ਤੇ ਉਸ ਦੇ ਬਾਵਜੂਦ ਵੀ ਕਹਿੰਦੇ ਜਦੋਂ ਗੇਟ ਦੇ ਉੱਤੇ ਖੜੇ ਹੋਏ ਸੀ ਅੰਦਰ ਆਉਣ ਦੇ ਲਈ ਇਹ ਸਾਰੇ ਸਿੱਖ, ਤਾਂ ਉਸ ਦੌਰਾਨ ਆਪਸ ਦੇ ਵਿੱਚ ਵੀ ਇਹਨਾਂ ਦੀ ਗਰੁੱਪਾਂ ਦੇ ਵਿੱਚ ਵੀ ਜਿਹੜੇ ਲੋਕ ਆਉਣ ਵਾਲੇ ਸੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਵੀ ਹੈ ਕੁਝ ਇਸ ਤਰ੍ਹਾਂ ਦੀ ਝੜਪ ਹੋਈ ਹੈ, ਬਹਿਸ ਹੋ ਗਈ ਕਿ ਇੱਕ ਗਰੁੱਪ ਉਸ ਤੋਂ ਬਾਅਦ ਬਹਿਸ ਤੋਂ ਬਾਅਦ ਬੈਰੀਕੇਡ ਤੋੜਦੇ ਨਜ਼ਰ ਆਏ। ਤੁਸੀਂ ਤਸਵੀਰਾਂ 'ਚ ਸਾਫ਼ ਦੇਖੋ, ਤਲਵਾਰਾਂ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ, ਬੈਰੀਕੇਡਿੰਗ ਕਿਸ ਤਰੀਕੇ ਨਾਲ ਤੋੜ ਦਿੱਤੀ ਗਈ। ਜਦੋਂ ਅੰਦਰ ਆਏ ਤੇ ਪੁਲਿਸ ਵਾਲੇ ਜਿਹੜੇ ਨੇ ਅੱਗੇ ਅੱਗੇ ਭੱਜੇ ਫਿਰਦੇ ਨੇ ਔਰ ਕੁਝ ਪੁਲਿਸ ਵਾਲਿਆਂ ਦੇ ਸੱਟਾਂ ਵੀ ਲੱਗੀਆਂ ਨੇ ਔਰ ਕਾਫੀ ਇੱਥੇ ਮਾਹੌਲ ਜਿਹੜਾ ਹੈ ਅਜੀਬ ਦਿਖਾਈ ਦਿੱਤਾ। ਔਰ ਇਸ ਮਾਹੌਲ ਨੂੰ ਲੈ ਕੇ ਤੁਹਾਡੇ ਸਾਰਿਆਂ ਦੇ ਵਿਚਾਰ ਵੀ ਅਸੀਂ ਜ਼ਰੂਰ ਸੁਣਾਂਗੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਇਸ ਵੇਲੇ ਪ੍ਰੋਫੈਸਰ ਮਨਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਔਰ ਉਹਨਾਂ ਨਾਲ ਅਸੀਂ ਇਸ ਬਾਬਤ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਦ ਮਾਰਨਿੰਗ ਸ਼ੋ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸ਼ੈਰੀ ਜੀ। ਜੀ ਪ੍ਰੋਫੈਸਰ ਸਾਹਿਬ, ਦੋ ਵੱਡੀਆਂ ਖਬਰਾਂ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨੀ ਹੈ ਔਰ ਸਾਡੇ ਸਰੋਤੇ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਸਾਡੇ ਨਾਲ ਜੁੜਨਗੇ। ਫੋਨ ਨੰਬਰ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ ਔਰ ਦਰਸ਼ਕ ਜਿਹੜੇ ਨੇ ਫੋਨ ਨੰਬਰ ਉਹਨਾਂ ਦੇ ਕੋਲ ਹੈ, ਤਾਂ ਪਲੀਜ਼ ਕਾਲ ਕਰਿਓ, ਇਸ ਬਾਬਤ ਆਪਣੀ ਰਾਏ ਵੀ ਰੱਖਿਓ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ DSGMC ਚੋਣਾਂ ਦੀ ਗੱਲ ਕਰ ਲੈਂਦੇ ਹਾਂ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਉਹਨਾਂ ਲਈ ਹੁਣ ਤਰੀਕ ਮਿੱਥ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜਾ ਹੈ ਗੁਰਦੁਆਰਾ ਡਾਇਰੈਕਟਰ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀ ਸਾਰੀਆਂ ਪਾਰਟੀਆਂ ਨੂੰ, ਸਪੈਸ਼ਲੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲਿਖਤੀ ਦੇ ਵਿੱਚ ਦਵੋ ਵੀ ਧਾਰਮਿਕ ਪਾਰਟੀਆਂ ਕੇ ਸਿਆਸੀਆਂ ਉਸ ਤੋਂ ਬਾਅਦ ਇਲੈਕਸ਼ਨਸ ਦੀ ਜਿਹੜੀ ਉਹ ਤੁਹਾਨੂੰ ਪਰਮਿਸ਼ਨ ਮਿਲੇਗੀ। ਤੇ ਹੁਣ ਤਾਂ ਸਿੱਧੇ ਤੌਰ ਦੇ ਉੱਤੇ ਜਦੋਂ ਅਨਾਉਂਸਮੈਂਟ ਹੀ ਹੋ ਗਈ ਹੈ ਇਲੈਕਸ਼ਨਸ ਦੀ ਤੇ ਅਕਾਲੀ ਦਲ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਸਾਬਿਤ ਕਰਨ ਦਾ ਤੇ ਸੋਚਣ ਸਮਝਣ ਦਾ। ਕਿੰਨਾ ਕੁ ਵੱਡਾ ਝਟਕਾ ਉਹਨਾਂ ਲਈ? ਦੇਖੋ, ਇਹ ਬੜਾ ਅਜੀਬ ਜੀ ਗੱਲ ਹੈਗੀ ਆ ਕਿ ਇਹ 2010 ਵਿੱਚ ਕੋਈ ਇਹੋ ਜਿਹਾ ਰਿਜ਼ੋਲਵ ਹੋਇਆ ਸੀ ਜਿਹਦੇ ਵਿੱਚ ਕੋਈ ਉਹਦਾ ਸੈਕਸ਼ਨ 14 ਜਿਹਦੇ ਤਹਿਤ ਉਹਨਾਂ ਨੇ ਇਹੋ ਜਿਹੀ ਮੰਗ ਕੀਤੀ ਸੀਗੀ, ਪਰ ਜਿਹੜਾ ਆਪਣਾ ਦਿੱਲੀ ਸ਼੍ਰੋਮਣੀ ਮੈਨੇਜਮੈਂਟ ਕਮੇਟੀ ਹੈ, ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਐਕਟ ਹੈਗਾ 1971 ਦਾ, ਉਹਦੇ ਵਿੱਚ ਕੋਈ ਇਹੋ ਜਿਹਾ ਪ੍ਰੋਵੀਜ਼ਨ ਜਾਂ ਇਹੋ ਜਿਹਾ ਕੋਈ ਧਾਰਮਿਕ ਪਾਰਟੀ ਦੀ ਕੋਈ ਡੈਫੀਨੇਸ਼ਨ ਨਹੀਂ ਲਿਖੀ ਗਈ। ਜਦ ਉੱਥੇ ਉਹ ਐਕਟ ਵਿੱਚ ਨਹੀਂ ਹੈ, ਬਾਅਦ ਵਿੱਚ ਕੋਈ ਰੂਲਸ ਦੇ ਵਿੱਚ ਤਰਮੀਮ 2010 ਵਿੱਚ ਹੋਈ, ਪਰ ਉਦੋਂ ਬਾਅਦ ਸ਼ਹਿਰੀ 2013 ਤੇ 2017 ਵਿੱਚ ਚੋਣਾਂ ਪੁਰਾਣੇ ਰੂਲਸ ਮੁਤਾਬਕ ਹੀ, ਜਾਣੀ ਜਿਹੜਾ ਜਿਸ ਤਰੀਕੇ ਨਾਲ ਪਹਿਲਾਂ SGPC ਜਾਂ ਅਕਾਲੀ ਸ਼੍ਰੋਮਣੀ ਅਕਾਲੀ ਦਲ ਬਾਲਟੀ ਚੋਣ ਨਿਸ਼ਾਨ ਤੇ ਲੜਦਾ ਰਿਹਾ ਜੀ, ਉਹ ਲੜਦੇ ਰਹੇ ਆ। ਅਚਾਨਕ ਹੁਣ ਪਤਾ ਨਹੀਂ ਕੀ ਕਾਰਨ ਹੋਇਆ ਕਿ ਇਹ ਇੱਕ ਮੈਂਬਰ ਹੈਗੇ ਇਹਨਾਂ ਦੇ, ਮਿਨਿਸਟਰ ਹੈਗੇ ਆਮ ਆਦਮੀ ਪਾਰਟੀ ਦੇ, ਜਿਹੜੇ ਕਿ ਇਸ ਗੱਲ ਦੇ ਉੱਤੇ ਕੋਰਟ 'ਚ ਗਏ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਿਹੜਾ ਆ ਕਿ ਇਹ ਦੋ ਸੰਵਿਧਾਨ ਨਹੀਂ ਰੱਖ ਸਕਦੇ ਕਿ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਉੱਥੇ ਸੈਕੂਲਰ ਪਾਰਟੀ ਹੈ ਤੇ ਇੱਥੇ ਜਦੋਂ ਚੋਣਾਂ ਲੜਦੇ ਆ ਤੇ ਉਦੋਂ ਇਹ ਧਾਰਮਿਕ ਪਾਰਟੀ ਹੈਗੀ। ਇਸ ਕਿਸਮ ਦਾ ਜਿਹੜਾ ਉਹ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ। ਇਹ ਤੇ ਬਲਵੰਤ ਸਿੰਘ ਖੇੜਾ ਇਸ ਗੱਲ ਦੇ ਪੰਜਾਬ ਵਿੱਚ ਇਸ ਗੱਲ ਤੇ ਕਾਫੀ ਉਹ ਵੀ ਕਾਨੂੰਨਨ ਲੜਾਈ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬੜੀ ਦੇਰ ਦੀ ਲੜ ਰਹੇ ਆ, ਕਈ ਕਿਸਮ ਦੇ ਵਰਡਿਕਟ ਵੀ ਉਹਨਾਂ ਨੂੰ ਮਿਲੇ। ਸਭ ਤੋਂ ਵੱਡਾ ਸਵਾਲ ਇਹ ਨਹੀਂ ਹੈ ਕਿ ਉੱਥੇ ਕੀ ਹੋਊਗਾ ਕੀ ਨਹੀਂ ਹੋਊਗਾ, ਜ਼ਿਆਦਾ ਪ੍ਰੋਬੇਬਿਲਿਟੀ ਤੇ ਇਹੀ ਹੈ ਕਿਉਂਕਿ ਇਲੈਕਸ਼ਨਾਂ ਇੱਕਦਮ ਅਨਾਉਂਸ ਹੋ ਚੁੱਕੀਆਂ, 25 ਅਪ੍ਰੈਲ ਨੂੰ ਵੋਟਾਂ ਪੈਣੀਆਂ ਆ। ਇਹ ਸਾਰੀ ਪ੍ਰਕਿਰਿਆ ਲਈ ਹੁਣ ਇਹਨਾਂ ਨੂੰ ਸਟੇ ਤੇ ਮਿਲ ਜੂਗਾ ਕਿਉਂਕਿ ਇਲੈਕਸ਼ਨਾਂ ਅਨਾਉਂਸ ਨਾ ਹੁੰਦੀਆਂ ਤੇ ਫਿਰ ਸ਼ਾਇਦ ਇਹ ਗੱਲ ਘਸੀਟੀ ਜਾਂਦੀ ਔਰ ਇਹਦੇ ਚੋਂ ਕੋਈ ਨਾ ਕੋਈ ਦੂਜੇ ਕਿਸਮ ਦਾ ਵੀ ਹੱਲ ਨਿਕਲਣ ਦੀ ਸ਼ਾਇਦ ਕੋਸ਼ਿਸ਼ ਹੁੰਦੀ। ਪਰ ਹੁਣ ਕਿਉਂਕਿ ਇਲੈਕਸ਼ਨਾਂ ਦਾ ਸ਼ਡਿਊਲ ਸਾਰਾ ਤੈਅ ਹੋ ਗਿਆ, ਮੇਰਾ ਖਿਆਲ ਹੈ ਕਿ ਜਦੋਂ ਕੋਰਟ 'ਚ ਜਾਊਗੇ ਅਕਾਲੀ ਦਲ ਆਪਣੇ ਬਾਲਟੀ ਚੋਣ ਨਿਸ਼ਾਨ ਲਈ ਤੇ ਪੁਰਾਣੀ ਤਰੀਕੇ ਦੇ ਨਾਲ ਹੀ ਚੋਣ ਲੜਨੀ, ਪਾਰਟੀ ਦੇ ਸਿੰਬਲ ਤੇ ਤਰੀਕੇ ਨਾਲ ਉਹ ਚੱਲੂਗਾ। ਜ਼ਿਆਦਾ ਪ੍ਰੋਬੇਬਿਲਿਟੀ ਜਿਹੜੀ ਕਾਨੂੰਨਨ ਮਾਹਰਾਂ ਦੀ ਇਹੋ ਹੀ ਹੈਗੀ। ਪਰ ਦੇਖਣ ਵਾਲੀ ਗੱਲ ਇਹ ਵੀ ਹੈਗੀ ਆ ਕਿ ਕੀ ਜਦੋਂ ਪਿਛਲੇ 10 ਸਾਲ 'ਚ ਕੋਈ ਉਹਦੇ ਤੇ ਤਵੱਜੋ ਨਹੀਂ ਦਿੱਤੀ ਗਈ, ਹੁਣੇ ਅਚਾਨਕ ਕੀ ਹੋਇਆ? ਬਿਲਕੁਲ ਇਹਦੇ 'ਚ ਇਹ ਵੀ ਲੱਗਦਾ ਕਿ ਜਿਹੜਾ ਇੱਕ ਰਿਸ਼ਤਾ 9 ਮਾਸ ਦਾ ਰਿਸ਼ਤਾ ਅਕਾਲੀ ਦਲ ਦਾ BJP ਨਾਲ ਸੀਗੀ, ਉਹ ਸਿੱਧਾ ਸਿੱਧਾ ਤਾਂ ਨਹੀਂ ਕਰ ਰਹੇ। ਉਹਨਾਂ ਨੇ ਆਮ ਆਦਮੀ ਪਾਰਟੀ ਰਾਹੀਂ ਖਵਾਇਆ ਜਾਂ ਕਰਾਇਆ ਜਾਂ ਕਿਸੇ ਦੇ ਰਾਹੀਂ ਹੋਰ ਕਰਵਾ ਕੇ ਉਹ ਚਾਹੁੰਦੇ ਤੇ ਹੈ ਕਿ ਇਹਨਾਂ ਨੂੰ ਥੋੜਾ ਐਮਬੈਰਸ ਕੀਤਾ ਜਾਏ, ਇਹਨਾਂ ਨੂੰ ਦੱਸਿਆ ਜਾਏ ਕਿ ਜੇ ਤੁਸੀਂ ਆਪਣੇ ਗੁਰਦੁਆਰਾ ਸੰਸਥਾਨਾਂ ਵਿੱਚ ਟਿਕੇ ਹੋਏ ਆ ਜਾਂ ਤੁਸੀਂ ਉੱਥੇ ਕੋਈ ਆਪਣੀ ਸੱਤਾ ਤੇ ਕਾਬਜ ਰਹਿਣਾ ਚਾਹੁੰਦੇ ਆ, ਤੁਹਾਨੂੰ ਸਾਡੇ ਵੱਲ ਵੀ ਜਿਹੜਾ ਧਿਆਨ ਦੇਣਾ ਪਊਗਾ। ਤੁਸੀਂ ਆਜ਼ਾਦਾਨਾ ਤੌਰ ਤੇ ਨਹੀਂ ਕਰ ਸਕਦੇ, ਫਿਰ ਨਹੀਂ ਤੇ ਅਸੀਂ ਤੁਹਾਨੂੰ ਥੋੜਾ ਬਹੁਤ ਤੇ ਤੰਗ ਪਰੇਸ਼ਾਨ ਤੇ ਕਰੇ ਹੀ ਸਕਦੇ ਆ। ਇੱਕ ਗੱਲ ਜਿਹੜੀ ਹੋਰ ਸਾਹਮਣੇ ਆਈ ਹੈ, ਇਹ ਜਦੋਂ ਦੀ ਮੂਵਮੈਂਟ ਚੱਲੀ ਹੈ ਉਹਦੇ ਚ ਦੇਖਣ ਨੂੰ ਇਹ ਮਿਲਿਆ ਕਿ ਜਿਹੜਾ ਮਨਜਿੰਦਰ ਸਿੰਘ ਸਰਸਾ, ਜਿਹੜੀ ਤੁਸੀਂ ਹੁਣੇ ਫੋਟੋ ਦਿਖਾਈ ਸੀ,
ਉਹ ਲਗਾਤਾਰ ਬਹੁਤ ਹੀ ਐਕਟਿਵ ਆ ਕਿਸਾਨ ਅੰਦੋਲਨ ਦੇ ਵਿੱਚ ਜੀ 26 ਤਰੀਕ ਤੋਂ ਇੱਥੋਂ ਪੰਜਾਬ ਤੋਂ ਚੱਲ ਕੇ 26 ਨਵੰਬਰ ਨੂੰ ਜਦ 27 ਨੂੰ ਉੱਥੇ ਪਹੁੰਚੇ ਸੀ ਸਿੰਘੂ ਬਾਰਡਰ ਤੇ ਟਿਕਰੀ ਤੇ ਅਗਲੇ ਦਿਨ ਪਹੁੰਚੇ ਆ ਜਾਨੀ ਪਹੁੰਚ ਗਏ ਉੱਥੇ ਵੀ ਤਾਂ ਖਾਸ ਕਰ ਇੱਥੇ ਤੇ ਮੈਂ ਆਈ ਵਿਟਨੈਸ ਹੈਗਾ 27 ਨੂੰ ਜਦੋਂ ਅਸੀਂ ਦੇਖਿਆ ਤੇ ਉੱਥੇ ਕੁਝ ਨਹੀਂ ਸੀ ਅਜੇ ਟਰਾਲੀਆਂ 'ਚ ਲੋਕ ਖੜੇ ਸੀ ਉਂਝ ਟਰਾਲੀਆਂ ਲੱਗੀਆਂ ਹੋਈਆਂ ਸੀ ਕੋਈ ਤੰਬੂ ਨਹੀਂ ਕੋਈ ਰਹਿਣ ਲਈ ਨਹੀਂ ਟਰਾਲੀਆਂ 'ਚ ਜਿਹਨੇ ਰਹਿਣਾ ਸੀ ਕੋਈ ਪਾਣੀ ਨਹੀਂ ਧਾਣੀ ਨਹੀਂ ਕੁਝ ਨਹੀਂ ਸੀ ਸੜਕ ਸੀ ਉਹਦੇ ਤੇ ਤੁਰੰਤ ਜਿਹੜੀ ਦਿੱਲੀ ਵਾਲੀ ਐਸਜੀਪੀਸੀ ਹੈਗੀ ਜਾਂ ਜਿਹੜੀ ਉਹਨਾਂ ਦੀ ਜਿਹਨੂੰ ਡੇਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਹਿੰਦੇ ਆ ਜਿਹਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਆ ਉਹਨਾਂ ਨੇ ਇੰਤਜ਼ਾਮ ਤੁਰੰਤ ਸੜਕ ਤੇ ਹੀ ਲੰਗਰ ਦਾ ਕੀਤਾ ਮੈਂ ਦੇਖਿਆ ਸੀ ਇਸੇ ਤਰੀਕੇ ਨਾਲ ਤੁਹਾਨੂੰ ਯਾਦ ਹੈ ਕਿ ਜਦੋਂ ਵੀ ਮੀਟਿੰਗਾਂ 11 ਦੀਆਂ 11 ਮੀਟਿੰਗਾਂ ਮਿਨਿਸਟਰਾਂ ਸਾਹਿਬਾਨਾਂ ਨਾਲ ਹੋਈਆਂ ਤੇ ਇਹ ਲੀਡਰ ਉੱਥੇ ਜਾ ਕੇ ਤੇ ਉਹਨਾਂ ਲਈ ਰਾਸ਼ਨ ਪਾਣੀ ਲੈਂਦੇ ਸੀ ਇੱਕ ਅੱਧੀ ਵਾਰੀ ਤੇ ਮਿਨਿਸਟਰ ਸਾਹਿਬ ਨੇ ਵੀ ਖਾਣਾ ਖਾਦਾ ਲੰਗਰ ਛਕਿਆ ਜੀ ਇਸੇ ਤਰੀਕੇ ਨਾਲ ਜਦੋਂ ਕੋਰਟ ਦੇ ਵਿੱਚ ਕੇਸ ਹੋ ਗਏ ਜਿਹੜਾ ਲਾਲ ਕਿਲੇ ਦੇ ਵਿੱਚ ਗਏ ਸੀਗੇ ਸ਼ਹਿਰੀ ਜੀ ਲਾਲ ਕਿਲੇ ਵਿੱਚ ਕੇਸਰੀਆ ਖਾਲਸਾਈ ਝੰਡਾ ਚਲਾਇਆ ਸੀ ਉਦੋਂ ਬਾਅਦ ਉੱਥੇ ਜੋ ਕੁਝ ਹੋਇਆ ਆਪਾਂ ਨੇ ਉਹਨੂੰ ਰਿਪੀਟ ਕਰਨ ਦੀ ਲੋੜ ਨਹੀਂ ਪਰ ਉਹ ਬਹੁਤ ਵੱਡੀ ਗਿਣਤੀ 150 ਤੋਂ ਉੱਪਰ ਲੋਕਾਂ ਦੇ ਉੱਤੇ ਕੇਸ ਪਾਏ ਸੀ ਉਹਦੇ ਵਿੱਚ ਵੀ ਐਸਜੀਪੀਸੀ ਨੇ ਕਿਹਾ ਸੀਗਾ ਕਿ ਜੇ ਸਾਨੂੰ ਕੋਈ ਦਿੱਲੀ ਵਾਲੀ ਨੇ ਕਿ ਰਹਿਣ ਦੀ ਕੋਈ ਲੋੜ ਹੋਵੇ ਕਿਸੇ ਕਿਸਮ ਦੀ ਹੋਵੇ ਅਸੀਂ ਉਹਨਾਂ ਨੇ ਵਕੀਲਾਂ ਦੀ ਰਾਹਤ ਵੀ ਹੋਰ ਵੀ ਸਾਰਾ ਜਿੰਨਾ ਕੋ ਕਰ ਸਕਦੇ ਸੀਗੇ ਉਹਨਾਂ ਨੇ ਕੀਤਾ ਹੈ ਔਰ ਇੰਨਾ ਕੁ ਇਨਫਰਾਸਟ੍ਰਕਚਰ ਹੈ ਵੀ ਕਿ ਜਿੱਥੇ ਉਹ ਲੋਕਾਂ ਦੀ ਰਹਿਣ ਦੀ ਜਾਂ ਹੋਰ ਕਿਸੇ ਕਿਸਮ ਦੀ ਮਦਦ ਫੋਨ ਨੰਬਰ ਵੀ ਦਿੱਤੇ ਸੀਗੇ ਟੀਵੀ ਦੇ ਉੱਤੇ ਕਿ ਆਹ 3 ਫੋਨ ਨੰਬਰ ਆ ਜਿਹਨੂੰ ਵੀ ਕੋਈ ਤਕਲੀਫ ਹੈ ਸਾਨੂੰ ਇਹਨਾਂ ਫੋਨਾਂ ਤੇ ਤੁਸੀਂ ਕਰੋ ਇਹ ਮੈਨੂੰ ਐਂ ਲੱਗਦਾ ਥੋੜਾ ਕਿਸੇ ਤਰੀਕੇ ਨਾਲ ਜਿਹੜੀ ਸਰਸਾ ਦੀ ਪੋਲਿਟਿਕਸ ਇਹਦੇ ਵਿੱਚ ਇਹ ਆ ਸਰਨਾ ਨੂੰ ਆਪਾਂ ਜੀ ਕੇ ਇਹਨਾਂ ਤੋਂ ਬਾਹਰ ਗਿਆ ਉਹਦੀ ਇੱਕ ਆਪਣੀ ਹੈ ਆਮ ਆਦਮੀ ਪਾਰਟੀ ਦਾ ਵੀ ਇੱਕ ਛੋਟਾ ਮੋਟਾ ਗਰੁੱਪ ਕੋਈ ਖੜਾ ਕੀਤਾ ਹੋਇਆ ਲੋਕਲ ਉਹ ਵੀ ਉਹਦੇ ਚ ਇਸ ਸਾਰੀ ਚੀਜ਼ 'ਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਇਹ ਜਿਹੜੀ ਗੁਰਦੁਆਰਾ ਪੋਲਿਟਿਕਸ ਵਿੱਚ ਇਸ ਵੇਲੇ ਜਿਹੜਾ ਨਾਮਣਾ ਮਨਜਿੰਦਰ ਸਰਸਾ ਨੇ ਖੱਟਿਆ ਜੀ ਪਿਛਲੇ 4-5 ਮਹੀਨਿਆਂ 'ਚ ਤੇ ਕੁਦਰਤੀ ਆ ਕਿ ਉਹ ਬਾਕੀ ਦੇ ਚਾਹੁੰਦੇ ਆ ਕਿ ਇਹਨੂੰ ਥੋੜਾ ਜਿਹਾ ਇਹਦਾ ਸਾਈਜ਼ ਥੱਲੇ ਲਿਆਂਦਾ ਜਾਏ ਤਾਂ ਕਿ ਅਸੀਂ ਬਰਾਬਰ ਦੀ ਇਲੈਕਸ਼ਨ ਜਿਹੜੀ ਥੋੜੀ ਜਿਹੀ ਕਰ ਸਕੀਏ ਬਿਲਕੁਲ ਹੁਣ ਹੁੰਦਾ ਇਹ ਕੀ ਆ ਕੀ ਨਹੀਂ ਹੁੰਦਾ ਇਹ ਤੇ ਆਉਣ ਵਾਲੇ ਸਮੇਂ 'ਚ ਆ ਪਰ ਮੈਨੂੰ ਲੱਗਦਾ ਜਿੱਥੇ ਇਹ ਕਾਨੂੰਨਨ ਗੱਲ ਵੀ ਹੈਗੀ ਹੈ ਉਹ ਤੇ ਜਿਹੜੇ ਕਾਨੂੰਨ ਜਾਂ ਕੋਰਟ ਉਹਦੀ ਤੈਅ ਕਰਨਗੇ ਕਿ ਕੌਣ ਸੱਚਾ ਕੌਣ ਝੂਠਾ ਪਰ ਇਹਦੇ ਵਿੱਚ ਨਾਲ ਇੱਕ ਪੋਲਿਟਿਕਸ ਦੀ ਵੀ ਗੱਲ ਹੈ ਕਿ ਸੱਤਾ ਤੇ ਕੌਣ ਕਾਬਜ ਹੋਵੇ ਜਿਹੜੇ ਦਿੱਲੀ ਦੇ ਗੁਰਦੁਆਰੇ ਉਹਨਾਂ ਤੇ ਕਬਜ਼ਾ ਕਿਹਦਾ ਹੋਵੇ ਇਸ ਕਿਸਮ ਦੀ ਪੋਲਿਟਿਕਸ ਵੀ ਇਨਵੋਲਵਡ ਹੈਗੀ ਹੈ ਇਸ ਨੂੰ ਇਹ ਸਾਰੀ ਆਪਾਂ ਨੂੰ ਉਹਦੇ ਤੋਂ ਅਲੱਗ ਕਰਕੇ ਨਹੀਂ ਦੇਖ ਸਕਦੇ ਹਾਂਜੀ ਸ਼ਾਇਦ ਜੀ ਪ੍ਰੋਫੈਸਰ ਸਾਹਿਬ ਜੇ ਹੁਣ ਮੰਨ ਲਓ ਵੀ ਅਕਾਲੀ ਦਲ ਦੀ ਸਿੱਧੇ ਤੌਰ ਦੇ ਉੱਤੇ ਕੋਈ ਸ਼ਮੂਲੀਅਤ ਹੋਵੇਗੀ ਨਹੀਂ ਅਕਾਲੀ ਦਲ ਤੋਂ ਬਿਨਾਂ ਜਦੋਂ ਦਿੱਲੀ ਕਮੇਟੀ ਦੇ ਮੈਂਬਰ ਜਦੋਂ ਚੋਣਾਂ ਲੜਨਗੇ ਤਾਂ ਫਿਰ ਉਹਨਾਂ ਦੇ ਲਈ ਕੀ ਲੱਗਦਾ ਹੈ ਵੀ ਕਿੰਨੀ ਕੁ ਮੁਸ਼ਕਿਲ ਹੋ ਸਕਦੀ ਕਿਉਂਕਿ ਜਦੋਂ ਮਨਜੀਤ ਜੀਕੇ ਹੋਣੀ ਜਦੋਂ ਲੜੇ ਸੀਗੇ ਔਰ ਉਸ ਟਾਈਮ ਜੀਕੇ ਹੋਣੀ ਜਦੋਂ ਚੋਣ ਲੜੇ ਸੀ ਤਾਂ ਉਦੋਂ ਵੀ ਪੋਸਟਰਾਂ ਦੇ ਉੱਤੇ ਬਕਾਇਦਾ ਵੱਡੇ ਬਾਦਲ ਸਾਹਿਬ ਦੀਆਂ ਫੋਟੋਆਂ ਲਗਾਈਆਂ ਗਈਆਂ ਸੀਗੀਆਂ ਤੇ ਚੋਣ ਪ੍ਰਚਾਰ ਦੌਰਾਨ ਉਹ ਕਾਫੀ ਹਾਈਲਾਈਟ ਹੋਈਆਂ ਸੀਗੀਆਂ ਤੇ ਹੁਣ ਤਾਂ ਫਿਰ ਪੋਸਟਰਾਂ ਦੇ ਵਿੱਚ ਵੀ ਫੋਟੋਆਂ ਨਹੀਂ ਹੋਣੀਆਂ ਤਾਂ ਹੁਣ ਕੋਈ ਮੁਸ਼ਕਿਲ ਹੋ ਸਕਦੀ ਹੈ ਇਹਨਾਂ ਨੂੰ ਚੋਣਾਂ ਲੜਨ ਦੇ ਵਿੱਚ ਸਿਰਸਾ ਹੋਣਾ ਨੂੰ ਮੈਨੂੰ ਨਹੀਂ ਲੱਗਦਾ ਕਿ ਪੋਸਟਰਾਂ ਦੇ ਉੱਤੇ ਫੋਟੋਆਂ ਦੀ ਲੋੜ ਅੱਜ ਕੱਲ ਸੋਸ਼ਲ ਮੀਡੀਆ ਹਰ ਇੱਕ ਦੇ ਫੋਨ 'ਚ ਫੋਟੋਆਂ ਪਈਆਂ ਜਿਹਨੂੰ ਬਾਦਲ ਸਾਹਿਬ ਨੂੰ ਜ਼ਿਆਦਾ ਦੇਖਣਾ ਰੋਜ਼ ਹੀ ਭਾਵੇਂ ਉੱਥੇ ਧੂਪ ਜਗਾ ਕੇ ਪੂਜਾ ਕਰੀ ਜਾਵੇ ਉਹਦੇ 'ਚ ਕੌਣ ਉਹ ਪੋਸਟਰਾਂ ਤੇ ਕੀ ਲੱਗਣਾ ਥੋੜੇ ਜਿਹੇ ਤੇ ਮੈਂਬਰ ਹੁੰਦੇ ਆ ਪ੍ਰੋਫੈਸਰ ਤੁਸੀਂ ਜਾਣਦੇ ਹੋ ਵੀ ਰਾਜਨੀਤੀ ਦੇ ਵਿੱਚ ਪੋਸਟਰ ਰਾਜਨੀਤੀ ਵੀ ਬੜੀ ਵੱਡੀ ਹੁੰਦੀ ਹੈ ਪੋਸਟਰ ਦੇ ਉੱਤੇ ਫੋਟੋ ਜਦੋਂ ਲੱਗਦੀ ਹੋਵੇ ਵੱਖਰੇ ਕਿਸਮ ਦੀ ਰਾਜਨੀਤੀ ਬਿਲਕੁਲ ਹਾਂ ਬਿਲਕੁਲ ਠੀਕ ਹੈਗੀ ਹੈ ਪਰ ਸਾਰਿਆਂ ਨੂੰ ਜਗ ਜਾ ਰਿਹਾ ਮੈਂਬਰਾਂ ਨੂੰ ਤੇ ਜਗ ਜਾ ਰਹੀ ਹੈਗਾ ਕਿ ਮਨਜਿੰਦਰ ਕਿਹਦੇ ਨਾਲ ਆ ਕਿਹੜੇ ਪਾਰਟੀ ਦਾ ਹੈਗਾ ਮਨਜਿੰਦਰ ਆਪਣੀਆਂ ਲਾ ਲਵੇ ਉਹਦੀ ਤੇ ਲੱਗ ਹੀ ਸਕਦੀ ਹੈ ਮੇਰਾ ਖਿਆਲ ਕਿ ਕਿਉਂਕਿ ਉਹ ਤੇ ਉਹਦੇ ਪ੍ਰਧਾਨ ਆ ਜੇ ਉਹਦੀ ਨਹੀਂ ਲੱਗੂ ਫਿਰ ਤੇ ਬਿਲਕੁਲ ਨਹੀਂ ਕਿਸੇ ਦੀ ਲੱਗ ਜਿੱਥੇ ਅਕਾਲੀ ਦਲ ਦੀਆਂ ਫੋਟੋਆਂ ਲਾਉਣ ਦਾ ਪੂਰਾ ਤੇ ਮੇਰਾ ਖਿਆਲ ਨਾ ਹੀ ਲਾਉਣ ਤੇ ਚੰਗੀ ਗੱਲ ਆ ਕੋਈ ਇੱਥੇ ਬਹੁਤ ਬੜੀ ਉਹਨਾਂ ਦੀ ਛਵੀ ਜਾਂ ਉਹਨਾਂ ਦੀ ਕੋਈ ਉਸ ਦਾ ਗਾੜੀ ਦਾ ਹੋਇਆ ਉਹਨਾਂ ਨੂੰ ਬਦਨਾਮ ਹੋਇਆ ਇਹ ਵਿਸ਼ਵਾਸੀ ਹੋਈ ਹੈ ਪਰ ਜਾਂ ਉਹਦੇ ਜ਼ਖਮ ਅਜੇ ਵੀ ਉਸੇ ਤਰ੍ਹਾਂ ਉਹ ਪੂਰੇ ਖਿਆਲ ਹੈ ਕਿ ਦਿੱਲੀ ਦੇ ਘੱਟੋ ਚੋਣਾਂ ਦੇ ਵਿੱਚ ਉਹ ਆਪਣੇ ਸਿੰਘ ਬਾਦਲ ਹੋਣ ਜਾਂ ਹਰਸਿਮਰਤ ਕੌਰ ਬਾਦਲ ਜਾਂ ਸੁਖਬੀਰ ਬਾਦਲ ਜੀ
ਜੋ ਨਾ ਹੀ ਲਾਉਣਗੇ ਤੇ ਕੋਈ ਬਹੁਤਾ ਨੁਕਸਾਨ ਚੱਲ ਨਹੀਂ, ਕਿਉਂਕਿ ਬੰਦੇ ਜਿਹੜੇ ਆ ਦੇ ਹੈ ਕਿ ਮਨਜਿੰਦਰ ਕਿੰਨਾ ਲੋਕਲ ਸਗੋਂ ਲੀਡਰਾਂ ਦੇ ਜ਼ਿਆਦਾ ਪਹੁੰਚੇ ਤੇ ਉਹ ਹਿੰਮਤ ਨਾਲ ਕੰਮ ਕਰਨ। ਪਿਛਲੀ ਵਾਰ ਜਦ ਇਹ ਵੀ ਇਸ ਗੱਲ ਦਾ ਕਾਰਨ 2017 ਚ ਵੀ ਕਿ ਨਹੀਂ ਲਾਉਣੇ ਦੋ ਗੱਲਾਂ ਹੋਈਆਂ। ਇੱਕ ਗੱਲ ਉਹ ਚੱਲ ਰਹੀ ਆ, ਉਹ ਅਜੇ ਕਿਸੇ ਸਿਰੇ ਪੱਤਣ। ਪ੍ਰੋਫੈਸਰ ਸਾਹਿਬ ਤੁਹਾਡੀ ਆਵਾਜ਼ ਸਾਡੇ ਤੱਕ ਸਹੀ ਨਹੀਂ ਪਹੁੰਚ ਰਹੀ, ਨੈਟਵਰਕ ਪ੍ਰੋਬਲਮ ਬਹੁਤ ਆ ਰਹੀ ਹੈ। ਨਹੀਂ ਜੀ, ਨੈਟਵਰਕ ਇਸ਼ੂ ਬਹੁਤ ਜ਼ਿਆਦਾ ਆ ਰਿਹਾ ਤੁਹਾਡੀ ਵਾਲੀ ਸਾਈਡ ਤੋਂ, ਕੋਈ ਆਵਾਜ਼ ਸਹੀ ਤਰ੍ਹਾਂ ਨਾਲ ਪਹੁੰਚ ਨਹੀਂ ਰਹੀ। ਤੁਸੀਂ ਪਲੀਜ਼ ਦੁਬਾਰਾ ਤੋਂ ਫਿਕਸ ਕਰ ਲਓ ਤਾਂ ਕਿ ਆਪਾਂ ਦੁਬਾਰਾ ਜੁੜ ਸਕੀਏ ਔਰ ਨੈਟਵਰਕ ਕਰਕੇ ਤੁਹਾਡੀ ਆਵਾਜ਼ ਜਿਹੜੀ ਹੈ ਉਹ ਬਿਲਕੁਲ ਸਹੀ ਪਹੁੰਚ ਸਕੇ। ਔਰ ਫਿਲਹਾਲ ਅਸੀਂ ਗੱਲ ਕਰਦੇ ਹਾਂ ਪ੍ਰੋਫੈਸਰ ਨੂੰ, ਆਪਾਂ ਥੋੜਾ ਜਿਹਾ ਟਾਈਮ ਦਿੰਦੇ ਹਾਂ ਵੀ ਪ੍ਰੋਫੈਸਰ ਆਪਣੇ ਨਾਲ ਦੁਬਾਰਾ ਤੋਂ ਜਿਹੜਾ ਕਨੈਕਟ ਹੋ ਸਕਣ ਔਰ ਆਵਾਜ਼ ਉਹਨਾਂ ਦੀ ਸਾਡੇ ਤੱਕ ਬਿਲਕੁਲ ਸਹੀ ਪਹੁੰਚ ਸਕੇ। ਸੋ ਇਸ ਵੇਲੇ DSGMC ਦੀ ਚੋਣਾਂ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਤਸਵੀਰਾਂ ਦੇ ਵਿੱਚ ਵੀ ਦੇਖਿਆ ਕਿ ਐਕਟਿਵ ਜਿਹੜੇ ਨੇ ਜਿਸ ਤਰੀਕੇ ਨਾਲ ਜੀਕੇ ਸਾਹਿਬ ਸਿਰਸਾ ਜਿਹੜੇ ਨੇ ਉਹ ਕਾਫੀ ਹੋ ਰੱਖੇ ਸੀਗੇ, ਉਹ ਐਕਟਿਵ ਹੋਣ ਦੇ ਕਰਕੇ ਜਿੰਨਾ ਹੋ ਸਕੇ ਕਿਸਾਨਾਂ ਦੀ ਮਦਦ ਕੀਤੀ ਜਾ ਸਕਦੀ ਹੈ, ਕਿਉਂਕਿ ਕਿਸਾਨ ਜਿਹੜੇ ਨੇ ਉਹ ਜਿਸ ਤਰੀਕੇ ਨਾਲ ਦਿੱਲੀ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਔਰ ਕਿਸਾਨ ਅੰਦੋਲਨ ਚੱਲ ਰਿਹਾ, ਉਸ ਨੂੰ ਲੈ ਕੇ ਇੱਕ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਕੇਸ ਪਾਏ ਜਾ ਰਹੇ ਸੀਗੇ ਜਾਂ ਹੋਰ ਮੁਸ਼ਕਿਲਾਂ ਦੇ ਵਿੱਚ ਆ ਰਹੇ ਸੀ, ਤਾਂ ਉਸ ਦੇ ਵਿੱਚ ਸਿਰਸਾ ਹੋਣੀ ਕਾਫੀ ਹੱਦ ਤੱਕ ਮਦਦ ਕਰ ਰਹੇ ਸੀਗੇ ਔਰ ਕਾਫੀ ਨੌਜਵਾਨ ਜਿਹੜੇ ਜੇਲ੍ਹਾਂ ਦੇ ਵਿੱਚੋਂ ਛੁਡਾਉਣ ਦੇ ਵਿੱਚ ਵੀ ਉਹਨਾਂ ਦੀ ਮਦਦ ਕੀਤੀ ਗਈ ਹੈ ਤੇ ਜਦੋਂ ਬਾਹਰ ਆਏ ਤੇ ਪ੍ਰੋਪਰ ਉਹਨਾਂ ਨੂੰ ਉੱਥੇ ਲੈਣ ਵੀ ਪਹੁੰਚੇ ਨੇ। ਸੋ ਇਹ ਸਾਰੀ ਜਿਹੜੀ ਹੈ ਕਾਰਵਾਈ ਦੇ ਵਿੱਚ ਐਕਟਿਵ ਦੇਖੇ ਜਾ ਰਹੇ ਸੀ ਇਸ ਵੇਲੇ ਸਿਰਸਾ। ਪਰ ਦੂਜੇ ਪਾਸੇ ਸਰਨਾ ਗਰੁੱਪ ਜਿਹੜਾ ਹੈ ਉਹ ਵੀ ਇਸ ਮਾਮਲੇ ਨੂੰ ਬਾਰ-ਬਾਰ, ਹਾਲਾਂਕਿ ਕਈ ਵਾਰ ਪਹਿਲਾਂ ਵੀ ਚੁੱਕਿਆ ਗਿਆ ਹੈ ਵੀ ਧਾਰਮਿਕ ਪਾਰਟੀ ਜਿਹੜੀ ਹੈ ਉਹੀ ਚੋਣਾਂ ਲੜ ਸਕਦੀ ਹੈ, ਸਿਆਸੀ ਪਾਰਟੀ ਨਹੀਂ। ਪ੍ਰੋਫੈਸਰ ਸਾਹਿਬ ਫਿਰ ਤੋਂ ਆਪਾਂ ਜੁੜ ਚੁੱਕੇ ਨਾਲ। ਪ੍ਰੋਫੈਸਰ ਸਾਹਿਬ, ਜਿਸ ਤਰੀਕੇ ਨਾਲ ਮਾਹੌਲ ਬਣਿਆ ਹੋਇਆ, ਇੱਕ ਪਾਸੇ ਤਾਂ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਰਿਸ਼ਤਾ ਟੁੱਟ ਗਿਆ, ਅਕਾਲੀ ਦਲ ਆਪਣੇ ਹੁਣ ਕੱਲੀ ਕਹਿ ਸਕਦੇ ਆ ਵੀ ਪੈ ਗਈ, ਤੇ ਦੂਜੇ ਪਾਸੇ ਇਹਨਾਂ ਇਲੈਕਸ਼ਨਸ ਦੇ ਵਿੱਚ ਜਿਹੜਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਨੂੰ ਫਾਇਦਾ ਵੀ ਬਹੁਤ ਹੁੰਦਾ ਸੀਗਾ ਜਦੋਂ ਦਿੱਲੀ ਚੋਣਾਂ ਦੇ ਵਿੱਚ ਵੀ ਪੈਰ ਰੱਖਦੀ ਸੀ। SGPC ਚੋਣਾਂ ਦੇ ਵਿੱਚ ਤਾਂ ਚਲੋ ਹੈ ਹੀ ਹੈ, ਹੁਣ ਇੱਧਰ ਵੀ ਕਾਫੀ ਉਹਨਾਂ ਦਾ ਦਬਦਬਾ ਜਿਹੜਾ ਚੱਲਦਾ ਸੀਗਾ। ਦੂਜੇ ਪਾਸੇ ਇੱਕ ਪਾਸੇ ਬੀਜੇਪੀ ਨਾਲ ਰਿਸ਼ਤਾ ਟੁੱਟਣਾ, ਦੂਜੇ ਪਾਸੇ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਉਹਨਾਂ ਦੇ ਖਿਲਾਫ ਬਣਿਆ ਹੋਇਆ, ਇੱਕ ਪਾਸੇ ਕਈ ਤਬਕੇ ਉਹਨਾਂ ਤੋਂ ਨਾਰਾਜ਼ਗੀ ਜਤਾ ਰਹੇ ਨੇ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਕਰੋਨਾ ਹੋ ਗਿਆ ਸੀਗਾ, ਉਹਦੀ ਤਬੀਅਤ ਕਾਫੀ ਜਿਹੜੀ ਹੈ ਨਾਜ਼ੁਕ ਜਿਹੀ ਰਹੀ। ਅਜਿਹੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਪਹਿਲਾਂ ਹੀ ਮੁਸ਼ਕਿਲਾਂ ਦੇ ਦੌਰ ਦੇ ਵਿੱਚ ਘਿਰਿਆ ਨਜ਼ਰ ਆ ਰਿਹਾ। ਅਜਿਹੇ ਦੇ ਵਿੱਚ ਇਹਨਾਂ ਇਲੈਕਸ਼ਨਸ ਨੂੰ ਇਮੀਡੀਏਟਲੀ ਅਨਾਉਂਸ ਕਰ ਦੇਣਾ, ਕਿਤੇ ਨਾ ਕਿਤੇ ਇਹ ਦੇਖਿਆ ਜਾ ਰਿਹਾ ਵੀ ਸਰਨਾ ਗਰੁੱਪ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ, ਕਿਉਂਕਿ ਉਹ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਕਾਲੀ ਦਲ ਲਈ ਥੋੜੀਆਂ ਪਰੇਸ਼ਾਨੀਆਂ ਖੜੀਆਂ ਨੇ। ਹੋ ਵੀ ਜਾਊ ਤੇ ਕੀ ਫਰਕ ਪਊਗਾ? ਮਤਲਬ ਜਿਹੜੇ ਬਾਹਰ ਸ਼ਰਧਾਲੂ ਲੋਕ ਦੇ ਪੁਆਇੰਟ ਆਫ ਵਿਊ ਨਾਲ ਸੋਚੋ ਭਈ ਬੜੇ ਲੋਕ ਤਰਲੋ ਮੱਛੀ ਹੁੰਦੇ ਆ, ਇੱਥੇ ਜੋ ਅਸੈਂਬਲੀਆਂ 'ਚ ਆ ਉਹੀ HGPC ਦੀ ਹਾਲਤ ਹੈ, ਸੱਤਾ ਤੇ ਕਬਜ਼ਾ ਕਰਨਾ। ਜਿਹੜਾ ਕਹਿੰਦਾ ਕਿ ਮੇਰਾ ਹੋ ਜੇ, ਹੁਣ 926 ਕਰੋੜ ਦਾ ਬਜਟ ਹੁਣੇ ਪਾਸ ਹੋਇਆ ਹੈ ਨਾ, ਤੇ ਏਡਾ ਵੱਡਾ ਬਜਟ ਜਿਹੜਾ ਆ ਉਸ ਦੇ ਉੱਤੇ ਕਿਹਦਾ ਕਬਜ਼ਾ ਹੋਵੇ, ਇਹ ਗੱਲ ਤੇ ਆਪਣੀ ਮਰਜ਼ੀਆਂ ਨਾਲ ਕਿਹਨੂੰ ਸਕੂਲਾਂ ਕਾਲਜਾਂ ਚ ਲਾਉਣਾ, ਕਿਹਨੂੰ ਪ੍ਰਮੋਟ ਕਰਨਾ, ਕਿਹਨੂੰ ਨਹੀਂ ਕਰਨਾ, ਇਹੋ ਜਿਹੀਆਂ ਹੀ ਆ। ਹੋਰ ਇਹਦੋਂ ਵੱਧ ਤੇ ਕੋਈ ਜ਼ਿਆਦਾ ਸਰੋਕਾਰ ਕੋਈ ਬਹੁਤੇ ਦੇਖਦੇ ਨਹੀਂ ਕਿ ਸਿੱਖੀ ਦੇ ਜਿਹੜਾ ਮਾਰ ਗਿਆ ਜਾਂ ਸਿੱਖੀ ਫਲਸਫਾ ਆ ਉਹਦਾ ਕੀ ਹਾਲਤ ਬਣੀ ਆ, ਉਹਦੀ ਦੁਰਦਸ਼ਾ ਹੈ ਜਾਂ ਉਹਦੀ ਚੰਗੀ ਦਸ਼ਾ ਹੈ, ਉਹਦੇ ਲਈ ਗਾਂ ਅਸੀਂ ਕਿਹੜੇ ਕਦਮ ਚਾਹੀਦੇ ਆ। ਉਸ ਕਿਸਮ ਦੀ ਤੇ ਕੋਈ ਆਪਸ ਵਿੱਚ ਕੰਪੀਟੀਸ਼ਨ ਨਹੀਂ ਹੈ। ਕੰਪੀਟੀਸ਼ਨ ਹੈ ਕਿ ਇਸ ਮਾਇਆ ਤੇ ਕਬਜ਼ਾ ਕਿਹਦਾ ਹੋਵੇ। ਤੇ ਜੇ ਮੈਨੂੰ ਲੱਗਦਾ ਕਿ ਜੇ ਅਸਲ ਮਾਨਿਆਂ 'ਚ ਕੋਈ ਚੰਗੇ ਬੰਦੇ ਤੁਸੀਂ ਛੱਡ ਦਿਓ, ਜਿਹੜੇ ਪੁਰਾਣੇ ਖਿਲਾੜੀ ਆ ਉਹ ਤੇ ਖਿਲਾੜੀ ਹੈ ਜਿਨ੍ਹਾਂ ਦੇ ਵੀ ਤੁਸੀਂ ਸਾਰਿਆਂ ਦੇ ਨਾਂ ਲੈਂਦੇ ਆ, ਉੱਤਰਾਖੰਡ ਮੈਂ ਚੜ੍ਹਾਉਣ ਵਾਲਾ ਗੱਲ ਆ। ਅਸੈਂਬਲੀ 'ਚ ਵੀ ਇਹੋ ਹੀ ਹੁੰਦਾ, ਅਕਾਲੀ ਦਲ ਆ ਜਾਂਦਾ, ਉਦੋਂ ਬਾਅਦ ਫਿਰ ਕਾਂਗਰਸ ਆ ਜਾਂਦੀ ਆ, ਕਾਂਗਰਸ ਜਾਂਦੀ ਹੈ ਤੇ ਫਿਰ ਅਕਾਲੀ ਦਲ ਆ ਜਾਂਦਾ। ਤੇ ਉਹਨਾਂ 'ਚ ਕੀ ਫਰਕ ਪੈਂਦਾ? ਆਮ ਜਨਤਾ ਨੂੰ ਕਿਹੜੀ ਰਾਹਤ ਮਿਲਦੀ ਹੈ, ਕਿਹਦੇ ਘਰ 'ਚ ਕੀ ਆ ਕੇ ਵਾਧੂ ਚੀਜ਼ ਹੋ ਜਾਂਦੀ, 19-21 ਦਾ ਫਰਕ ਜ਼ਰੂਰ ਪੈਂਦਾ। ਇੱਕ ਪਾਸਿਓਂ ਇਹ ਕੁਛ ਮਿਲ ਜਾਂਦਾ, ਦੂਜੇ ਪਾਸਿਓਂ ਖਿਸਕ ਜਾਂਦਾ, ਤੇ ਲੋਕ ਜਿਹੜੇ ਆ ਹੌਲੀ ਹੌਲੀ ਥੱਲੇ ਜਾਂਦੇ। ਇਹੀ ਹਾਲਤ ਬਾਕੀ ਸਾਰੇ ਇਹਨਾਂ ਬੋਡੀਜ਼ ਦੀ ਹੈ। ਮੇਰੀ ਵੱਲੋਂ ਤੇ ਸਲਾਹ ਇਹ ਹੈ ਕਿ ਜੇ ਇਹੋ ਜਿਹੀ ਕੋਈ ਉਪਰਾਲਾ ਹੋਏ, ਚੰਗੇ ਸਕਾਲਰ ਲੋਕ ਜਿਹੜੇ ਥੋੜੇ ਐਡਮਿਨਿਸਟ੍ਰੇਟਿਵ ਮਾਹਿਰ ਵੀ ਹੋਣ, ਥੋੜੇ ਸਮਝਦੇ ਹੋਣ, ਉਹ ਵਿੱਚ ਇਹਨਾਂ ਚੋਣਾਂ ਉਹ ਆਜ਼ਾਦ ਆ ਉਹਨਾਂ ਦੇ ਤੌਰ ਤੇ ਆਉਣ। ਇਹਨਾਂ ਪਾਰਟੀਆਂ ਵੱਲੋਂ ਆਉਣ ਦੀ ਕੋਈ ਲੋੜ ਨਹੀਂ ਹੈਗੀ। ਜਿਵੇਂ ਕਿਸਾਨਾਂ ਬਾਰੇ ਵੀ ਪੰਜਾਬ 'ਚ ਸੋਚ ਰਹੇ ਕਿ ਕਿਸਾਨਾਂ ਦੇ ਬਲ ਬੂਤੇ ਕੁਝ ਚੰਗੇ ਲੋਕ ਅਸੈਂਬਲੀ 'ਚ ਜਾਣੇ ਚਾਹੀਦੇ ਆ, ਜਿਹੜੇ ਲੋਕ ਹਿੱਤ ਦੀ
ਗੱਲ ਵਿਕਣ ਨਾ, ਲਾਲਚੀ ਨਾ ਹੋਣ ਔਰ ਉਹ ਵਾਕਿਆ ਹੀ ਇੱਕ ਮੋਰਲ ਪੋਲਿਟਿਕਸ ਦੇ ਐਂਬੈਸਡਰ ਹੋਣ। ਇਸੇ ਤਰੀਕੇ ਨਾਲ ਇਹਨਾਂ ਬਾਡੀਜ਼ ਦੇ ਵਿੱਚ ਵੀ ਸਾਡੇ ਕੰਸਰਨ ਤੇ ਇੰਨੇ ਆ। ਤੁਸੀਂ ਇੱਥੇ ਦੇਖ ਲਓ ਜਿਹੜੀਆਂ ਤੁਹਾਡੀਆਂ ਗੁਰਦੁਆਰਾ ਦੀਆਂ ਚੋਣਾਂ ਹੁੰਦੀਆਂ, ਕੀ ਕੁਝ ਹੁੰਦਾ। ਮੈਂ ਅਮਰੀਕਾ ਦੀਆਂ ਚੋਣਾਂ ਬਾਰੇ ਮੈਨੂੰ ਪੂਰਾ ਪਤਾ ਕਿਵੇਂ ਹੁੰਦਾ, ਕਬਜ਼ਾ ਕਰਨ ਦੀ ਕਿਵੇਂ ਮਾਰ ਪੂਰਾ ਲਾਲਾ ਲਾਲਾ ਹੁੰਦੀ ਹੈ। ਇਹ ਜਿਹੜੇ ਸਾਰੇ ਕੰਮ ਆ ਨਾ, ਇਹ ਕੋਈ ਬਹੁਤੇ ਠੀਕ ਨਹੀਂ ਹੈਗੇ। ਇਸ ਸਿਸਟਮ ਦੇ ਵਿਗਾੜ ਪੈ ਜਾਂਦੇ ਜਦੋਂ ਨਾ ਸਿਸਟਮ 'ਚ, ਉਹਦੇ ਕਰਕੇ ਹੈ। ਚਾਹੀਦਾ ਇਹ ਹੈ ਕਿ ਸਿੱਖ ਫਲਸਫਾ ਇੱਕੋ ਇੱਕ ਫਲਸਫਾ ਵਾ ਭਾਰਤ ਦੇ ਅੰਦਰ, ਜਿਹੜਾ ਉਸ ਕਿਸਮ ਦਾ ਧਰਮ ਨਹੀਂ ਹੈ। ਇੱਕ ਫਲਸਫਾ ਰਾਦਰ ਇੱਕ ਮਾਰਗ ਹੈਗਾ ਜਿਹਦੇ ਤੇ ਚੱਲ ਕੇ ਸਾਡਾ ਸਾਰਿਆਂ ਦੇ ਵਿੱਚ ਊਚ ਨੀਚ ਖਤਮ ਹੁੰਦੀ ਹੈ, ਭਿੰਨ ਭੇਦ ਖਤਮ ਹੁੰਦਾ, ਨਫ਼ਰਤ ਖਤਮ ਹੁੰਦੀ ਹੈ, ਪਿਆਰ ਵੱਧਦਾ, ਸਹਿਚਾਰ ਵੱਧਦਾ, ਇੱਕ ਦੂਜੇ ਦੀ ਮਦਦ ਕਰਨ ਦਾ ਸਤਿਕਾਰ, ਇਹ ਸਾਰਾ ਕੁਝ ਬਣਦਾ ਹੈ ਨਾ। ਉਹ ਜਿਹੜੀ ਚੀਜ਼ ਹੈ ਉਸ ਮਾਰਗ ਨੂੰ ਛੱਡ ਕੇ ਅਸੀਂ ਦੂਜੇ ਪਾਸੇ ਲੱਗੇ ਹੋਏ ਹਾਂ। ਇੱਕ ਕੋਈ ਇੱਥੇ ਸਤਿਕਾਰ ਕਮੇਟੀ ਆ, ਉਹ ਤੇ ਬਿਲਕੁਲ ਹੀ ਇੰਨੇ ਫੰਡਾਮੈਂਟਲਿਸਟ ਹੈਗੇ ਆ, ਇੰਨੇ ਰਿਜਿਡ ਹੈਗੇ ਆ ਕਿ ਕਿਵੇਂ ਚੀਜ਼, ਉਹ ਤੇ ਮੈਨੂੰ ਜਾਨੀ ਮਨੂਵਾਦੀ ਸੋਚ ਦਾ ਦੂਜਾ ਪਾਰਟ ਵਾਂਗੂ ਕਈ ਵਾਰੀ ਨਜ਼ਰ ਆਉਂਦੇ। ਇੰਨਾ ਰਿਜਿਡ ਹੋ ਕੇ ਇਹ ਸਾਡੇ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੋ ਜਿਹੇ ਰਿਜਿਡ ਪ੍ਰਿਸਕ੍ਰਿਪਸ਼ਨਸ ਕਿਤੇ ਨਹੀਂ ਹੈ। ਸਗੋਂ ਇਹਦੇ ਉਲਟ ਜਿਹੜੀ ਮਨੂਵਾਦੀ ਸੋਚ ਆ, ਉਹਦਾ ਤੁਸੀਂ ਦੇਖੋ ਕੀ ਹੈਗਾ ਕਿ ਉਹਦੇ 'ਚ ਜਾਤਾਂ ਹੋਣੀਆਂ ਚਾਹੀਦੀਆਂ, ਊਚ ਨੀਚ ਹੋਣੀ ਚਾਹੀਦੀ ਆ, ਛੂਆ ਛੂਤ ਹੋਣਾ ਚਾਹੀਦਾ ਆ, ਇਹ ਸਾਰੇ ਬਰਾਬਰ ਨਹੀਂ ਹੋ ਸਕਦੇ। ਔਰਤ ਤੇ ਬਿਲਕੁਲ ਹੀ ਥੱਲੇ ਡਿੱਗੀ ਹੋਣੀ ਚਾਹੀਦੀ ਹੈ। ਜਿਹੜੇ ਕਾਮੇ ਹੈ, ਭਾਵੇਂ ਉਹ ਸ਼ੂਦਰਾ ਹੋਣ, ਭਾਵੇਂ ਅਨਟੱਚ ਸੋ ਕਾਲਡ ਅਨਟੱਚੇਬਲ ਹੋਣ, ਜਿਨ੍ਹਾਂ ਨੂੰ ਆਪਾਂ ਐਸਸੀ ਬਰਾਦਰੀ ਕਹਿੰਦੇ ਆ, ਉਹਨਾਂ ਦਾ ਤੇ ਸਮਾਜ 'ਚ ਕੋਈ ਸਥਾਨ ਹੀ ਨਹੀਂ ਹੋਣਾ ਚਾਹੀਦਾ। ਯਾਨੀ ਇੱਕ ਪਾਸੇ ਉਹ ਸਮਾਜਿਕ ਤਾਣਾ ਬਾਣਾ ਬਣਤਰ ਜਿਹੜੀ ਮਨੂਵਾਦੀ ਸੋਚ ਚੋਂ ਨਿਕਲੀ ਹੋਈ ਆ, ਉਹ ਸਾਡੇ ਸਾਹਮਣੇ। ਉਹਦੀ ਕਾਊਂਟਰ ਜਿਹੜਾ ਉਹਦਾ ਬਿਲਕੁਲ ਉਲਟ ਐਂਟੀਡੋਟ ਜਿਹਨੂੰ ਕਹਿੰਦੇ ਆ, ਤੇ ਉਹਦਾ ਵਿਕਲਪ ਜਿਹੜਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤੇ ਹੋਰ ਸਾਰੇ ਪੀਰ ਪੈਗੰਬਰਾਂ ਨੇ, ਫਰੀਦ ਜੀ, ਕਬੀਰ ਜੀ, ਗੁਰੂ ਰਵਿਦਾਸ ਜੀ, ਨਾ ਸਾਰਿਆਂ ਨੇ ਮਿਲ ਕੇ ਇੱਕ ਵੱਡੀ ਲੜਾਈ ਦਿੱਤੀ ਹੈ ਵਿਚਾਰ ਪੱਧਰ ਤੇ ਵੀ, ਧਰਾਤਲ ਪੱਧਰ ਤੇ ਵੀ, ਔਰ ਇਸ ਵਿਚਾਰ ਦਾ ਬਹੁਤ ਦੂਰ ਦੇਸ਼ ਵਿਦੇਸ਼ ਵਿੱਚ ਫੈਲਾਓ ਵੀ ਕੀਤਾ ਨਾਨਕ ਪੰਥੀਏ ਜਿਹੜੇ ਸੀਗੇ। ਹੁਣ ਅੱਜ ਦੀ ਤਰੀਕ ਵਿੱਚ ਅਸੀਂ ਉਹ ਚੀਜ਼ਾਂ ਤੇ ਭੁੱਲ ਗਏ ਕਿ ਸਾਡੀ ਜ਼ਿੰਮੇਵਾਰੀ ਸਾਡੇ ਗੁਰੂ ਸਾਹਿਬਾਨ ਕਿੱਡੀ ਵੱਡੀ ਲਾ ਕੇ ਗਏ ਆ। ਉਹ ਜ਼ਿੰਮੇਵਾਰੀ ਇਹ ਸੀ ਕਿ ਉਹ ਮਾਰਗ ਜਿਹੜਾ ਜਿੱਥੇ ਜਿਸ ਸਨੇਹੇ ਨੂੰ ਫੈਲਾਉਣਾ ਸੀ, ਉਹ ਪਹਿਲੀ ਵਾਰੀ ਇਹ ਹੋਇਆ ਕਿ ਬਹੁਤ ਦੇਰ ਬਾਅਦ ਆ ਜਿਹੜੀ ਕਿਸਾਨ ਮੂਵਮੈਂਟ ਆ, ਲੋਕਾਂ ਨੂੰ ਇਹ ਪਤਾ ਲੱਗਾ ਕਿ ਸਿੱਖ ਕੌਮ ਇੱਕ ਅਲੱਗ ਚੀਜ਼ ਹੈ, ਇਹਨਾਂ ਦੇ ਸਰੋਕਾਰ ਅਲੱਗ ਆ, ਇਹ ਅਲੱਗ ਢੰਗ ਨਾਲ ਜੀਂਦੇ ਆ। ਇਹ ਚੀਜ਼ਾਂ ਨੂੰ ਦੋਹੀਂ ਹੱਥੀਂ ਲੁੱਟ ਕੇ ਨਹੀਂ, ਸਗੋਂ ਆਪਣੀ ਮਿਹਨਤ ਤੇ ਆਪਣੇ ਜੋ ਉਹਨੂੰ ਵੰਡ ਕੇ ਇਹ ਆਪਣੇ ਆਪ 'ਚ ਮਾਣ ਮਹਿਸੂਸ ਕਰਦੇ ਆ, ਦੂਜੇ ਦੀ ਮਦਦ ਕਰਕੇ, ਗਿਰੇ ਹੋਏ ਨੂੰ ਉਠਾਲ ਕੇ ਉਹ ਕਰਦੇ। ਇਹ ਸਾਰਾ ਦੇਖਣ ਨੂੰ ਟਿਕਰੀ ਬਾਰਡਰ ਤੇ ਮਿਲਦਾ, ਸਿੰਘੂ ਬਾਰਡਰ ਤੇ ਵੀ ਮਿਲਦਾ, ਗਾਜੀਪੁਰ ਵੀ ਮਿਲਦਾ। ਇਹ ਬੇਗਮਪੁਰਾ ਦਾ ਜਿਹੜਾ ਮੈਸੇਜ ਆ, ਇਹ ਅਸਲ ਮਾਨਿਆਂ 'ਚ ਐਸਜੀਪੀਸੀ ਜਾਂ ਇਹਨਾਂ ਸੰਸਥਾਨਾਂ 'ਚ ਵੀ ਦਿਖਣਾ ਚਾਹੀਦਾ ਨਾ, ਪਰ ਨਹੀਂ ਦਿਖਦਾ। ਅਸੀਂ ਦੂਜੇ ਪਾਸੇ ਨੂੰ ਜ਼ਿਆਦਾ ਲੈ ਜਾਂਦੇ ਆ ਕਿ ਰਿਚੁਅਲ ਪਾਰਟ ਜਿਹੜਾ ਧਰਮ ਦਾ ਹੁੰਦਾ, ਜਿਵੇਂ ਕਿ ਆਹ ਕਰ ਲਓ ਤੇ ਆਹ ਹੋ ਜਾਊਗਾ, ਇੰਨਾ ਕਿ ਤੁਸੀਂ 2 ਵਾਰੀ ਖੰਡ ਪਾਠ ਕਰਾ ਲਓ ਫਿਰ ਆਹ ਹੋ ਜਾਊਗਾ, ਉਹ ਰਿਚੁਅਲ ਪਾਰਟ ਨੂੰ ਜ਼ਿਆਦਾ ਇੰਪੋਰਟੈਂਸ ਦੇ ਦਿੰਦੇ ਆ, ਨਾ ਕਿ ਅਸੀਂ ਸ਼ਬਦ ਗੁਰੂ ਜਿਹੜੇ ਸਾਨੂੰ ਹੁਕਮ ਹੋਇਆ ਜਾਂ ਜਿਹੜੀ ਸਾਡੇ ਲਈ ਕੰਮ ਸਾਨੂੰ ਹੋਮਵਰਕ ਦਿੱਤਾ ਕਿ ਜੋ ਉਹਦੇ 'ਚ ਵਿਚਾਰ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਨੂੰ ਪ੍ਰਣਾ ਕੇ ਆਪਾਂ ਸਮਾਜ ਨੂੰ ਸੁਧਾਰਨਾ, ਔਰ ਸਮਾਜ ਦੇ ਵਿੱਚ ਅਸੀਂ ਉਹ ਜਿੰਨੀਆਂ ਕੁਰੀਤੀਆਂ ਅੱਜ ਤੱਕ ਹੈਗੀਆਂ ਉਸ ਨੂੰ ਝਾੜੂ ਫੇਰ ਕੇ ਦੂਰ ਕਰਨਾ। ਜੇ ਤੇ ਇਹ ਕੰਪੀਟੀਸ਼ਨ ਹੋਵੇ ਤੇ ਸਾਨੂੰ ਸਮਝ ਪਵੇ ਕਿ ਆਹ ਗਰੁੱਪ ਆਉਣਾ ਚਾਹੀਦਾ ਤੇ ਆਹ ਨਹੀਂ ਆਉਣਾ ਚਾਹੀਦਾ। ਹੁਣ ਇਹ ਲੜਾਈ ਤੇ ਸਾਰੀ ਕਬਜ਼ਿਆਂ ਦੀ ਆ ਲੜਾਈ, ਇਸ ਕਰਕੇ ਮੈਨੂੰ ਕੋਈ ਬਹੁਤੀ ਕਦੀ ਮੈਨੂੰ ਹਾਏ ਤੋਂ ਬਾਅਦ ਚਿੰਤਾ ਵਾਲੀ ਨਹੀਂ ਹੁੰਦੀ। ਪਰ ਅੱਜ ਦੀ ਤਰੀਕ 'ਚ ਜੇ ਦੇਖਿਆ ਜਾਏ, ਸਿਆਸੀ ਪਾਰਟੀਆਂ ਲਈ ਹਾਏ ਤੋਬਾ, ਪ੍ਰੋਫੈਸਰ ਸਾਹਿਬ, ਸਿਆਸੀ ਪਾਰਟੀਆਂ ਲਈ ਹਾਏ ਤੋਬਾ ਵਾਲੀ ਗੱਲ ਹੈ। ਤੇ ਤੁਸੀਂ ਮੇਰੇ ਨਾਲ ਐਗਰੀ ਕਰੋਗੇ ਕਿ ਮਨਜਿੰਦਰ ਸਿੰਘ ਸਰਸਾ ਉਹਨਾਂ ਨੇ ਜਿਵੇਂ ਇਨੀਸ਼ੀਏਟਿਵ ਲਿਆ, ਉਹਨਾਂ 'ਚ ਵੀ ਕਮੀਆਂ ਹੋਣਗੀਆਂ, ਉਹਨਾਂ ਦੇ ਅੰਦਰ ਵੀ ਕਈ ਉਹਨਾਂ ਦੇ ਕ੍ਰਿਟਿਕ ਹੋਣਗੇ, ਪਰ ਉਹਨਾਂ ਦੇ ਇਸ ਵੇਲੇ ਜੋ ਪਿਛਲੇ 5-4 ਮਹੀਨਿਆਂ ਦੇ ਵਿੱਚ ਆਪਣਾ ਕਿਰਦਾਰ ਨਿਭਾਇਆ, ਡਿਊਟੀ ਨਿਭਾਈ ਆ, ਉਹ ਸ਼ਲਾਘਾਯੋਗ ਹੈ ਔਰ ਸਾਰੇ ਉਸ ਨੂੰ ਐਕਨੋਲੇਜ ਕਰਦੇ ਆ। ਹੁਣ ਕੀ ਲੋਕ ਉਹਨਾਂ ਦੀਆਂ ਜਿਹੜੀਆਂ ਬਾਕੀ ਕਮੀਆਂ ਉਸ ਦੇ ਨਾਲ ਇਸ ਨੂੰ ਬੈਲੈਂਸ ਕਰਕੇ ਸਮਝਦੇ ਆ ਕਿ ਨਹੀਂ ਇਹ ਬੈਟਰ ਹੈਗੇ ਆ, ਜਾਂ ਸਮਝਦੇ ਆ ਕਿ ਨਹੀਂ ਇਹ ਤੇ ਐਵੇਂ ਟੈਂਪਰੇਰੀ ਹੈਗਾ, 2-4 ਮਹੀਨੇ ਕਰ ਵੀ ਦਿੱਤਾ ਤੇ ਕੀ ਕਰਤਾ, ਇਹਦੇ ਨਾਲ ਦੂਜੇ ਬੰਦੇ ਜ਼ਿਆਦਾ ਬੈਟਰ ਆ, ਉਹਨਾਂ ਨੂੰ ਲਿਆਉਣਾ। ਤਾਂ ਇਹ ਲੋਕਾਂ ਦੀ ਓਪੀਨੀਅਨ ਜਿਹੜੀ ਉਹ ਹੁਣ 25 ਤਰੀਕ ਨੂੰ ਜਦੋਂ ਵੋਟਾਂ ਪੈ ਜਾਣਗੀਆਂ, 25 ਅਪ੍ਰੈਲ ਨੂੰ ਅਗਲੇ ਮਹੀਨੇ ਨੂੰ, ਤਾਂ ਪਤਾ ਲੱਗ ਜਾਊਗਾ
ਜੀ ਤੇ ਸਾਡੇ ਲਈ ਜਿਹੜਾ ਜਿੰਨਾ ਮੇਰਾ ਕੰਸਰਨ ਹੈਗਾ ਹਾਂਜੀ ਕਿ ਦਿੱਲੀ ਇੱਕ ਕੈਪੀਟਲ ਹੈਗੀ, ਉੱਥੇ ਬੜੇ ਵੱਡੇ ਇਤਿਹਾਸਿਕ ਗੁਰਦੁਆਰੇ ਹੈਗੇ ਆ ਔਰ ਬਹੁਤ ਔਰ ਵੱਡੀ ਗਿਣਤੀ ਸਾਡੀ 'ਚ ਇੱਕ ਸਿੱਖ ਸੰਗਤ ਹੈ ਉੱਥੇ। ਸਿੱਖ ਹੈਗੇ ਆ ਸਾਡੀ ਕਾਫੀ, ਮੈਂ ਕਿਹਾ ਸੀ ਕਿ ਇੱਕ ਵੱਡੀ ਜੀ ਪ੍ਰਪੋਰਸ਼ਨ ਹੈਗੀ ਔਰ ਸਾਡੇ ਤਲਖ ਤਜਰਬੇ ਵੀ ਉੱਥੇ ਦੇ ਕਾਫੀ 84 ਜਾਂ ਹੋਰ ਹੈਗੇ ਆ। ਬਿਲਕੁਲ ਇਸ ਲਈ ਇਹ ਇੱਕ ਬਹੁਤ ਸੋਚ ਸਮਝ ਕੇ ਵੋਟਾਂ ਪਾ ਕੇ ਉਹ ਲੀਡਰਸ਼ਿਪ ਉੱਥੇ ਆਉਣੀ ਚਾਹੀਦੀ ਹੈ ਸਾਂਭ ਸੰਭਾਲ ਲਈ, ਜਿਹੜੀ ਵਾਕਿਆ ਹੀ ਉਹਨਾਂ ਮਾਰਗ ਨੂੰ ਉਹਨਾਂ ਵਿਚਾਰਾਂ ਨੂੰ ਅਪਣਾਈ ਹੋਵੇ, ਨਾ ਕਿ ਗੋਲਕ ਵੱਲ ਕੇ ਧਿਆਨ ਜ਼ਿਆਦਾ ਹੋਵੇ ਔਰ ਜਿਹੜਾ ਉਹ ਅਸਲੀ ਮਕਸਦ ਆ ਸ਼ਬਦ ਗੁਰੂ ਵੱਲ ਧਿਆਨ ਘੱਟ ਹੋਵੇ। ਹਾਂਜੀ ਸ਼ਾਇਦ ਬਿਲਕੁਲ, ਕਿਉਂਕਿ ਪ੍ਰੋਫੈਸਰ ਸਾਹਿਬ ਦਿੱਲੀ ਦੇ ਲੋਕ ਹੈ ਬੜੇ ਇਮੋਸ਼ਨਲ ਵੀ ਮੰਨੇ ਜਾਂਦੇ ਨੇ, ਸਪੈਸ਼ਲੀ ਵੱਡੀ ਗਿਣਤੀ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਸਿੱਖ ਪੋਪੂਲੇਸ਼ਨ ਉੱਥੇ ਹੈਗੀ ਹੈ, ਤੇ ਉਹ ਇਮੋਸ਼ਨਲ ਹੋ ਕੇ ਸ਼ਾਇਦ ਜਦੋਂ ਚੋਣਾਂ ਵੋਟਾਂ ਪਾਉਂਦੇ ਨੇ ਤਾਂ ਉਸ ਦੌਰਾਨ ਉਹਨਾਂ ਨੂੰ ਜੋ ਫੈਸਲਾ ਸਾਹਮਣੇ ਨਜ਼ਰ ਆਉਂਦਾ ਹੈ, ਜਿਹੜੀ ਪਾਰਟੀ ਉਹਨਾਂ ਦੇ ਇਮੋਸ਼ਨਸ ਨੂੰ ਕੈਸ਼ ਕਰ ਪਾਉਂਦੀ ਹੈ, ਮੇਬੀ ਸ਼ਾਇਦ ਉਹ ਵੋਟਾਂ ਉੱਧਰ ਨੂੰ ਜਾਂਦੀਆਂ। ਇਸ ਵਾਰ ਵਾਕਈ ਇੱਕ ਇੰਟਰਸਟਿੰਗ ਫੈਕਟਰ ਇਹ ਬਣ ਚੁੱਕਿਆ ਹੋਇਆ ਵੀ ਹੁਣ ਜਿਹੜੀਆਂ ਵੋਟਾਂ ਉਹ ਕਿਹੜੀ ਵਾਲੀ ਸਾਈਡ ਤੇ ਜਾਣਗੀਆਂ ਤੇ ਦਿੱਲੀ ਦੇ ਲੋਕ ਜਿਹੜੇ ਨੇ ਉਹ ਕੀ ਫੈਸਲਾ ਕਰਨਗੇ। ਖੈਰ ਪ੍ਰੋਫੈਸਰ ਸਾਹਿਬ, ਦੂਜਾ ਵੱਡਾ ਮੁੱਦਾ, ਕੁਝ ਦਿਨ ਪਹਿਲਾਂ ਹੀ ਅਸੀਂ ਤਸਵੀਰਾਂ ਦੇਖ ਰਹੇ ਸੀਗੇ ਵੀ ਸ਼੍ਰੀ ਹਜ਼ੂਰ ਸਾਹਿਬ ਦੇ ਵਿੱਚ ਕਾਫੀ ਵੱਡਾ ਇਕੱਠ ਜਿਹੜਾ ਹੈ ਉਹ ਹੋਲੇ ਮੁਹੱਲੇ ਮੌਕੇ ਪਹੁੰਚ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਜਦੋਂ ਐਂਟਰ ਨਹੀਂ ਹੋਣ ਦਿੱਤਾ ਗਿਆ, ਕਰੋਨਾ ਕਰਕੇ ਪਾਬੰਦੀਆਂ ਲੱਗੀਆਂ ਹੋਈਆਂ ਸੀਗੀਆਂ, ਤੇ ਉਸ ਦੌਰਾਨ ਇੰਨਾ ਇਸ ਤਰੀਕੇ ਦੇ ਹਾਲਾਤ ਬਣ ਜਾਣਾ ਵੀ ਨੰਗੀਆਂ ਤਲਵਾਰਾਂ ਕੱਢੀਆਂ ਗਈਆਂ, ਕੁਝ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਹੋਇਆ, ਔਰ ਇਹ ਹਾਲਾਤ ਜਿਹੜੇ ਬਣੇ ਨੇ, ਇਹਨਾਂ ਹਾਲਾਤਾਂ ਤੇ ਪਹਿਲਾਂ ਤੁਸੀਂ ਮੈਨੂੰ ਆਪਣੇ ਸ਼ਬਦਾਂ ਦੇ ਵਿੱਚ ਆਪਣੀ ਨਿੱਜੀ ਰਾਏ ਦੱਸੋ ਵੀ ਤੁਹਾਡੀ ਨਿੱਜੀ ਰਾਏ ਕੀ ਹੈ ਇਸ ਪੂਰੇ ਮਾਮਲੇ ਨੂੰ, ਇਸ ਪੂਰੀਆਂ ਤਸਵੀਰਾਂ ਨੂੰ ਦੇਖਦੇ ਹੋਏ। ਦੇਖੋ ਦੋ ਪਾਰਟ ਹੈ ਇਹਦੇ, ਇੱਕ ਹੈਗਾ ਕਰੋਨਾ ਪਾਰਟ, ਇੱਕ ਹੈਗਾ ਰਿਸਪੌਂਸ ਸਿੱਖ ਸਮੁਦਾਇ ਦਾ ਰਿਸਪੌਂਸ ਨੰਦੇੜ ਸਾਹਿਬ ਚ, ਹੈ ਨਾ। ਕਰੋਨਾ ਬਾਰੇ ਸਮਝ ਨਹੀਂ ਆਉਂਦੀ ਸਾਨੂੰ, ਬਿਮਾਰੀ ਤੇ ਸਾਰੇ ਐਕਨੋਲੇਜ ਕਰਦੇ ਆ, ਤੁਸੀਂ ਵੀ ਕਰਦੇ, ਅਸੀਂ ਵੀ ਕਰਦੇ ਆ ਕਿ ਵਾਇਰਸ ਹੈਗੀ ਆ, ਪਰ ਜਿਸ ਢੰਗ ਨਾਲ ਉਹਨੂੰ ਹੈਂਡਲ ਕੀਤਾ ਜਾ ਰਿਹਾ, ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਕਾਨੂੰਨ ਬਣਾ ਕੇ ਅਲੱਗ-ਅਲੱਗ ਤੌਰ ਤਰੀਕੇ, ਤੁਸੀਂ ਕਿਵੇਂ ਹੋ ਸਕਦੇ ਆ ਜਦ ਭਾਰਤ ਦੇ ਲੋਕ ਇੱਕੋ ਜਿਹੇ ਆ ਤੇ ਕਰੋਨਾ ਵਾਇਰਸ ਇੱਕੋ ਜਿਹੀ ਹੈਗੀ, ਫਿਰ ਤੁਸੀਂ ਕਦੀ ਕੁਛ ਪਖੰਡ ਕਰਦੇ, ਕਦੀ ਕੁਛ ਪਖੰਡ ਕਰਦੇ ਆ। ਜਦੋਂ ਤੇ ਚੋਣਾਂ ਆਉਂਦੀਆਂ ਉਹਦੇ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਜਿੰਨੀਆਂ ਮਰਜ਼ੀ ਹੋ ਜਾਣ, ਕੋਈ ਪਰਵਾਹ ਨਹੀਂ, ਲੋਕ ਮਰਦੇ ਤੇ ਮਰੀ ਜਾਣ। ਕੀ ਗੱਲ ਚੋਣਾਂ ਵਾਲੀ ਜਗ੍ਹਾ ਤੇ ਲੋਕ ਪਿਆਰੇ ਨਹੀਂ ਆ ਸਾਡੇ ਲੀਡਰਾਂ ਨੂੰ, ਜਾਂ ਉੱਥੇ ਬਿਮਾਰੀ ਦਾ ਖਤਰਾ ਘਟ ਜਾਂਦਾ? ਕਿਉਂਕਿ ਚੋਣਾਂ ਦੇ ਵਿੱਚ ਸੱਤਾ ਲੈਣੀ ਆ ਲੋਕਾਂ ਕੋਲੋਂ, ਤੇ ਫਿਰ ਲੋਕ ਕੋਈ ਬਿਮਾਰ ਹੁੰਦੇ ਤੇ ਹੋ ਜਾਣ। ਇਸ ਕਿਸਮ ਦਾ ਜਿਹੜਾ ਐਟੀਟਿਊਡ ਆ ਉਹ ਤਾਂ ਮੈਨੂੰ ਸਾਫ਼ ਪੱਛਮੀ ਬੰਗਾਲ 'ਚ ਦੇਖਣ ਨੂੰ ਮਿਲਿਆ। ਪੱਛਮੀ ਬੰਗਾਲ ਦੀਆਂ ਸੜਕਾਂ ਤੇ ਮੈਂ ਕਲਕੱਤੇ ਜਾਂ ਹੋਰਨਾਂ ਸ਼ਹਿਰਾਂ 'ਚ ਦੇਖਿਆ, ਮੈਨੂੰ ਨਹੀਂ ਲੱਗਦਾ ਕਿ 5 ਤੋਂ 10% ਤੋਂ ਵੱਧ ਲੋਕਾਂ ਨੇ ਕਿਸੇ ਨੇ ਮੂੰਹ ਢੱਕਿਆ ਹੋਵੇ। ਸਭ ਐ, ਕਿਸੇ ਨੂੰ ਯਾਦ ਚੇਤਾ ਵੀ ਨਹੀਂ ਉੱਥੇ ਕਿ ਕੋਈ ਕਰੋਨਾ ਨਾਂ ਦੀ ਚੀਜ਼ ਹੈਗੀ ਆ, ਕਿਉਂਕਿ ਉੱਥੇ ਚੋਣਾਂ ਦਾ ਮਾਹੌਲ ਆ, ਕਿਉਂਕਿ ਸਾਰੀਆਂ ਪਾਰਟੀਆਂ ਨੂੰ ਸੂਟ ਇਹ ਕਰਦਾ ਕਿ ਵੱਡੀਆਂ ਵੱਡੀਆਂ ਰੈਲੀਆਂ ਹੋਣ। ਜਿਉਂ ਹੀ ਵੋਟਾਂ ਪੈ ਗਈਆਂ ਉਦੋਂ ਕਰੋਨਾ ਦਾ ਸੱਪ ਬਾਹਰ ਆ ਜਾਣਾ, ਓਏ ਭੱਜੋ, ਓਏ ਆ ਗਿਆ, ਓਏ ਆ ਗਿਆ, ਡੱਸ ਜੂਗਾ, ਭੱਜ ਲਓ, ਅੰਦਰ ਵੜ ਜਾਓ, ਅੰਦਰ ਵੜ ਜਾਓ, ਇਹੋ ਜਿਹਾ ਰੌਲਾ ਪਾ ਦੇਣਗੇ। ਬਹੁਤ ਜ਼ਹਿਰੀਲਾ ਆ ਗਿਆ, ਬਹੁਤ ਵੱਡੀ ਕਰੋਨਾ ਆ ਗਈ ਆ, ਡਬਲ ਮਿਊਟੈਂਟ ਆ ਗਈ ਆ, ਇੰਗਲੈਂਡ ਵਾਲੀ ਆ ਗਈ ਆ, ਹੋਰ ਕਿਤੇ ਇਟਲੀ ਵਾਲੀ ਆ ਗਈ ਆ, ਭਾਈ ਕਈ ਹੈਲੋ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹੁਣ ਆ ਰਹੀ ਹੈ ਪ੍ਰੋਫੈਸਰ ਸਾਹਿਬ ਜੀ। ਹਾਂ, ਵਿੱਚੋਂ ਕਈ ਕੱਟ ਦਿੰਦੇ ਆ ਜੀ। ਮੇਰਾ ਇਹ ਕਹਿਣਾ ਆ ਕਿ ਲੋਕਾਂ ਦਾ ਭਰੋਸਾ ਤਾਂ ਨਹੀਂ ਬਣ ਰਿਹਾ, ਸ਼ਾਇਦ ਇਸ ਕਰਕੇ ਨਹੀਂ ਬਣ ਰਿਹਾ ਕਿਉਂਕਿ ਲੋਕ ਜੋ ਸਰਕਾਰਾਂ ਦਾ ਕਰਦੇ ਆ ਤੇ ਮੈਡੀਕਲ ਸਾਇੰਸ ਜਾਂ ਮੈਡੀਕਲ ਐਡਵਾਈਸ ਇੱਕ ਚੀਜ਼ ਕਹਿੰਦੀ ਹੈ, ਰਾਜਨੀਤਿਕ ਲੋਕ ਉਹਦੇ ਫਾਇਦੇ ਜਾਂ ਨੁਕਸਾਨ ਦੂਜੇ ਢੰਗ ਨਾਲ ਦੇਖਦੇ ਆ। ਫਿਰ ਤੁਸੀਂ ਅਲੱਗ-ਅਲੱਗ ਸਟੈਂਡਰਡ ਰੱਖੋਗੇ। ਫਾਰ ਇੰਸਟੈਂਸ ਹੁਣ ਮੈਂ ਧਰਮ ਚ ਆ ਜਾਣਾ, ਕੁੰਭ ਦਾ ਮੇਲਾ ਹਰਿਦੁਆਰ ਸਾਰਾ, ਲੱਖਾਂ ਦੀ ਗਿਣਤੀ ਚ ਸ਼ਰਧਾਲੂ ਆਏ ਆ, ਚੁੱਭੀਆਂ ਮਾਰ ਰਹੇ ਆ, ਠੀਕ ਹੈ, ਸ਼ਰਧਾਲੂ ਆ ਗਏ। ਤੁਸੀਂ ਕਰਤਾਰਪੁਰ ਚ ਜਾਣ ਨਹੀਂ ਦਿੰਦੇ, ਕਰਤਾਰਪੁਰ ਦਾ ਬਿਲਕੁਲ ਨਹੀਂ ਖੋਲਿਆ। ਉੱਥੇ ਪਾਕਿਸਤਾਨੀ ਵਾਇਰਸ ਕੋਈ ਹੋਰ ਜ਼ਿਆਦਾ ਖਤਰਨਾਕ ਹੈਗੀ ਹੈ, ਜਿਹੜੀ ਬਾਰਡਰ ਤੋਂ ਪਾਰ ਬੈਠੀ ਹੈ ਤੇ ਇੱਧਰ ਇੰਡੀਆ ਚ ਆ ਜਾਊਗੀ ਨਾਲ ਹੀ ਲੋਕਾਂ ਦੇ। ਇਸ ਕਿਸਮ ਦੇ ਜਿਹੜੇ ਤੁਸੀਂ ਤੌਰ ਤਰੀਕੇ ਕਰਦੇ ਆ। ਪਿੱਛੇ ਜੇ ਨਹੀਂ ਜਾਣ ਦਿੱਤਾ, ਜਿਹੜਾ ਜੱਥਾ ਜਾਣਾ ਸੀਗਾ ਉੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਣ, ਉੱਥੇ ਨਹੀਂ ਜਾਣ ਦਿੱਤਾ ਨਨਕਾਣਾ ਸਾਹਿਬ। ਇਸੇ ਤਰੀਕੇ ਦੇ ਨਾਲ ਹੁਣ ਜਦੋਂ ਇੱਕ ਧਰਮ ਨੂੰ ਤੁਸੀਂ ਵੱਡੇ ਪੱਧਰ ਤੇ ਅਲਾਓ ਕਰੋਗੇ, ਦੂਜੇ ਧਰਮ ਨੂੰ ਕਹੋਗੇ ਨਹੀਂ 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 ਇਹ ਨਹੀਂ ਹੈ ਨਾ, ਫਿਰ ਲੋਕੀ ਇਸ ਨੂੰ ਡਿਸਕ੍ਰਿਮੀਨੇਟਰੀ ਪੋਲਿਟਿਕਸ ਤੇ ਪੋਲੀਟੀਕਲ ਐਟੀਟਿਊਡ ਸਮਝਣਗੇ। ਇਹ ਮੇਰਾ ਕਹਿਣਾ। ਪਹਿਲਾਂ ਤੇ ਆਪਾਂ ਨੂੰ, ਜੇ ਆਪਾਂ ਦੇਸ਼ ਦੇ ਵਿੱਚ ਸਾਰੇ ਵਸਨੀਕਾਂ ਨੂੰ, ਸਿਟੀਜ਼ਨਸ ਨੂੰ, ਸਿਵਲੀਅਨਸ ਨੂੰ ਇੱਕ ਅੱਖ ਨਾਲ ਦੇਖਦੇ ਆ, ਸੈਕੂਲਰ ਮਾਈਂਡ ਨਾਲ ਦੇਖਦੇ ਆ,
ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਕਨਸਟੀਟਿਊਸ਼ਨ 'ਚ ਉਹਨਾਂ ਨੂੰ ਬਰਾਬਰ ਦਾ ਸੋਚਦੇ ਆ, ਤਾਂ ਫਿਰ ਸਾਰਿਆਂ ਤੇ ਕਾਨੂੰਨ ਵੀ ਲਾਗੂ ਹੋਣਾ ਚਾਹੀਦਾ, ਕਿਉਂਕਿ ਵਾਇਰਸ ਇੱਕੋ ਜਿਹੀ ਹੈਗੀ। ਪਰ ਜੇ ਤੁਸੀਂ ਕਿਤੇ ਆਪ ਜਿਹੜੇ ਧਰਮ ਦੇ ਨਾਂ ਤੇ ਜਿਹੜੇ ਸਰਕਾਰ ਨੂੰ ਸੂਟ ਕਰਦੇ ਆ, ਭਾਵੇਂ ਰਾਜਨੀਤੀ ਹੈ ਤੇ ਭਾਵੇਂ ਧਰਮ ਹੈ, ਉੱਥੇ ਤੇ ਠੀਕ ਆ, ਦੂਜੀ ਜਗ੍ਹਾ ਇਹ ਮਾੜਾ। ਫਿਰ ਲੋਕ ਜਿਹੜੀਆਂ ਘੱਟ ਗਿਣਤੀਆਂ ਉਹ ਕੁਦਰਤੀ ਸੋਚਣਗੀਆਂ ਕਿ ਮੱਕੇ ਨਹੀਂ ਜਾ ਸਕਦੇ, ਤੁਸੀਂ ਹਰਿਦੁਆਰ ਜਾ ਸਕਦੇ। ਫਿਰ ਕਿਉਂ ਇੱਕ ਸੋਚ ਆਊਗੀ ਨਾ ਕਿ ਸਾਡੇ ਨਾਲ ਡਿਸਕ੍ਰਿਮੀਨੇਟਰੀ ਐਟੀਟਿਊਡ। ਰਹੀ ਗੱਲ ਉਹ ਐਕਚੁਅਲ ਐਪੀਸੋਡ ਦੀ ਜਿਹੜੀ ਘਟਨਾ ਹੋਈ ਹੈ, ਬਿਲਕੁਲ ਹਾਂ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਤਲਵਾਰਾਂ ਸਾਡੇ ਲਈ ਰੱਖਿਆ ਲਈ ਹੈ, ਮਜ਼ਲੂਮਾਂ ਦੀ ਰੱਖਿਆ ਲਈ। ਇਹ ਥੋੜੀ ਹੈ ਕਿ ਜਿਹੜਾ ਆਵੇ ਉਹਦੇ ਤੇ ਚਲਾਉਣ ਲਈ ਹੈ ਤਲਵਾਰਾਂ। ਇਹ ਕਿਹਨੇ ਸਾਨੂੰ ਦਿੱਤੀ, ਮੱਤ ਦਿੱਤੀ ਹੈ? ਨਾ, ਸੈਂਸਲੀ ਵੀ ਤੁਸੀਂ ਕਹਿ ਸਕਦੇ ਹੋ ਜੇ ਕੋਈ ਤੁਹਾਡੇ ਤੇ ਹਮਲਾ ਕਰਦਾ, ਤੁਸੀਂ ਆਪਣੇ ਆਪ ਨੂੰ ਬਚਾ ਸਕਦੇ। ਬਿਲਕੁਲ, ਪਰ ਅੱਜ ਕੱਲ੍ਹ ਹਮਲਾ ਤਲਵਾਰਾਂ ਨਾਲ ਥੋੜੀ ਕਰੂਗਾ, ਤੁਹਾਡੇ ਨਾਲ ਘਸੁੰਨ ਜਾਂ ਪੱਥਰਾਂ ਨਾਲ ਥੋੜੀ ਕਰੂਗਾ। ਅੱਜ ਕੱਲ੍ਹ ਤੇ ਪੁਲਿਸ ਕੋਲ ਵੀ ਗੋਲੀਆਂ ਹੈਗੀਆਂ, ਸਾਰਿਆਂ ਕੋਲ ਗੋਲੀਆਂ ਹੈਗੀਆਂ। ਜਦੋਂ ਵੀ ਹਮਲਾ ਹੁੰਦਾ ਉੱਥੇ ਤਲਵਾਰਾਂ ਦਾ ਕੋਈ ਅਰਥ ਨਹੀਂ ਰਹਿੰਦਾ। ਹੁਣ ਜੋ ਇਹਨਾਂ ਨੇ ਕੀਤਾ, ਦੇਖੋ ਤੁਸੀਂ ਬਾਹਰਲੇ ਸੂਬਿਆਂ 'ਚ ਬੈਠੇ ਆ, ਹਿੰਦੂ ਮੈਜੋਰਿਟੀ ਸਟੇਟ ਹੈਗੀਆਂ, ਪਹਿਲਾਂ ਹੀ ਸਾਨੂੰ ਧੱਕਾ ਬਹੁਤ ਲੱਗ ਚੁੱਕਾ। ਤੁਸੀਂ ਇਹੋ ਜਿਹੀਆਂ ਗੱਲਾਂ ਕਰੋਗੇ, ਸੂਰਬੀਰਤਾ ਆਪਣੀ ਦਿਖਾਓਗੇ, ਦਬੰਗੀ ਦਿਖਾਓਗੇ, ਇਹੋ ਜਿਹੀ ਜਿਹੜੀ ਮੈਨੂੰ ਤੇ ਇੱਕ ਲੈਵਲ ਤੇ, ਇੱਕ ਪੱਧਰ ਤੇ ਮੂਰਖਾਨਾ ਗੱਲ ਲੱਗਦੀ ਹੈ। ਪ੍ਰੋਫੈਸਰ ਸਾਹਿਬ, ਇਹ ਕਿੱਦਾਂ ਦੀ ਆਸਥਾ, ਇਹ ਕੀ ਅਸੀਂ ਇਹਨੂੰ ਕਹਿ ਸਕਦੇ ਵੀ ਇਹ ਧਰਮ, ਇਹ ਆਸਥਾ ਦੀ ਨਿਸ਼ਾਨੀ ਪੇਸ਼ ਕੀਤੀ ਗਈ ਹੈ? ਨਹੀਂ, ਭਾਵਕ ਹੋ ਜਾਂਦੇ ਆ ਸਾਡੇ ਬੰਦੇ, ਥੋੜੇ ਜੇ ਸਿਰ ਗਰਮ ਕਰ ਜਾਂਦੇ ਆ ਕਿ ਕੌਣ ਹੁੰਦੇ ਆ ਸਾਨੂੰ ਰੋਕਣ ਵਾਲੇ, ਅਸੀਂ ਫੈਸਲਾ ਕੀਤਾ, ਹਰ ਸਾਲ ਹੁੰਦਾ, ਅਸੀਂ ਕਰਕੇ ਦਿਖਾਵਾਂਗੇ, ਅਸੀਂ ਸਰਵ ਸ਼ਕਤੀਮਾਨ ਆ। ਇਹ ਗੱਲਾਂ ਜਿਹੜੀਆਂ ਉਹ ਸਾਡੀ ਬਰਾਦਰੀ ਨੂੰ, ਸਾਡੇ ਧਰਮ ਨੂੰ ਲੋਕਾਂ ਦੀਆਂ ਅੱਖਾਂ 'ਚ ਕੋਈ ਅਚਿਆਉਂਦੇ ਨਹੀਂ, ਉਸ ਨੂੰ ਕੋਈ ਸ਼ੋਭਾ ਨਹੀਂ ਦਿੰਦੇ ਹੈਗੇ। ਸਗੋਂ ਮੈਂ ਤੇ ਕਹਿੰਦਾ ਇਹਨਾਂ ਨਾਲੋਂ, ਸਾਰਿਆਂ ਨਾਲੋਂ ਜਿਹੜੇ ਇਹ ਕੰਮ ਕੀਤੇ ਆ, ਉਲਟੇ ਦੇ ਕਿਸਾਨਾਂ ਨੇ, ਜਿਹੜੇ ਕਿ ਸਿੱਖ ਹੈਗੇ ਆ, ਵੱਡੀ ਗਿਣਤੀ 'ਚ ਉਹਨਾਂ 'ਚ ਸਿੱਖ ਜਿਹੜੇ ਸ਼ੁਰੂ 'ਚ ਪੰਜਾਬ ਤੋਂ ਗਏ ਹੋਏ ਆ, ਜੋ ਲੰਗਰ ਪ੍ਰਥਾ ਉਹਨਾਂ ਨੇ ਵੱਡੇ ਪੱਧਰ ਤੇ ਲਾਈ, ਔਰ ਜਿਹਦੇ ਵਿੱਚ ਹਰਿਆਣੇ ਦੇ ਕਿਸਾਨ ਲਗਾਤਾਰ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਆ। ਵੱਡੇ ਪੱਧਰ ਤੇ ਲੱਸੀ, ਦੁੱਧ, ਸਬਜ਼ੀਆਂ, ਹੋਰ ਰਾਸ਼ਨ ਉਹ ਲਗਾਤਾਰ ਸਪਲਾਈ ਕਰ ਰਹੇ। ਉੱਥੇ ਜਿਹੜਾ ਭਾਈਚਾਰਾ ਬਣਿਆ, ਉਹਦੇ ਨਾਲ ਤੇ ਮੈਨੂੰ ਲੱਗਦਾ ਇਹ ਜ਼ਿਆਦਾ ਵੱਡੇ ਪੱਧਰ ਤੇ ਸਿਆਣੇ ਬੰਦੇ ਇਹਨਾਂ ਨੂੰ ਤੇ ਹੋਰਨਾਂ ਨੂੰ, ਵੀਰਾਂ ਨੂੰ ਹੈਗੀ ਕਿ ਜੇ ਤੁਸੀਂ ਸਿੱਖੀ ਦਾ ਹੀ ਪ੍ਰਚਾਰ ਕਰਨਾ, ਇਸੇ ਕਰਕੇ ਹੀ ਹੈ ਨਾ, ਇਸੇ ਕਰਕੇ ਆਪਾਂ ਨਗਰ ਕੀਰਤਨ ਕੱਢਦੇ ਆ ਕਿ ਸਿੱਖਾਂ ਦੀ ਵਾਹ ਬਹਿ ਜਾ ਬੱਲੇ ਬੱਲੇ ਹੋਵੇ। ਜੇ ਉਹ ਕਰਨਾ ਤਾਂ ਆਹ ਰਸਤਾ ਤੇ ਬਿਲਕੁਲ ਹੀ ਪ੍ਰਮਾਣਿਤ ਨਹੀਂ ਹੈ। ਜੇ ਸਾਡੇ ਵਿੱਚ ਸਾਡੇ ਗੁਰੂ ਸਾਹਿਬਾਨ ਵੀ ਹੁੰਦੇ ਤਾਂ ਉਹ ਇਸ ਨੂੰ ਨਿੰਦਦੇ। ਉਹ ਕਹਿੰਦੇ ਕਿ ਨਾ, ਅਸੀਂ ਕਿਸਿਆਂ ਨੂੰ ਜਿਹੜੇ ਬੇਆਸਰੇ ਜਾਂ ਜਿਨ੍ਹਾਂ ਕੋਲ ਬੇਹਥਿਆਰੇ ਹੈਗੇ ਆ, ਜਾਨੀ ਜੇ ਪੁਲਿਸ ਕੋਲ ਹਥਿਆਰ ਨਹੀਂ ਆ, ਡੰਡੇ ਲੈ ਕੇ ਆਏ ਹੋਣਗੇ, ਉਹਨਾਂ ਤੇ ਤੁਸੀਂ ਕਿਰਪਾਨਾਂ ਨਾਲ ਵਾਰ ਕਰਦੇ ਆ ਜਾਂ ਕੋਈ 4 ਬੰਦਿਆਂ ਨੂੰ ਜ਼ਖਮੀ ਕਰਦੇ ਆ, ਇਹ ਕੌਣ ਸ਼ਲਾਘਾਯੋਗ ਕਹੂਗਾ? ਪ੍ਰੋਫੈਸਰ ਸਾਹਿਬ, ਇੱਕ ਪਾਸੇ ਤਾਂ ਅਸੀਂ ਮਿਸਾਲ ਪੇਸ਼ ਕਰ ਰਹੇ ਹਾਂ, ਇੱਕ ਪਾਸੇ ਅਸੀਂ ਸਾਰੀ ਦੁਨੀਆ ਨੂੰ ਮਤਲਬ ਆਪਣੇ ਸ਼ਾਂਤੀ ਪੂਰਵਕ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਕਿਸਾਨ ਆਪਣਾ ਪ੍ਰੋਟੈਸਟ ਕਰ ਰਹੇ ਨੇ, ਇੱਕ ਪਾਸੇ ਅਸੀਂ ਉਹ ਮਿਸਾਲ ਪੇਸ਼ ਕਰਕੇ ਸਾਰੇ ਕੰਟਰੀਜ਼ ਨੂੰ ਆਪਣੇ ਹੱਕ ਦੇ ਵਿੱਚ ਖੜਾ ਕੀਤਾ ਵੀ ਦੁਨੀਆ ਭਰ ਦੀਆਂ ਜਿੰਨੀਆਂ ਵੀ ਅਸੈਂਬਲੀ, ਚਾਹੇ UK ਨੇ, ਆਸਟ੍ਰੇਲੀਆ, ਕੈਨੇਡਾ, USA ਹੈ, ਹਰ ਕਿਤੇ ਦੀਆਂ ਅਸੈਂਬਲੀਆਂ ਦੇ ਵਿੱਚ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਜਾ ਰਿਹਾ ਔਰ ਹਮਾਇਤ ਕੀਤੀ ਜਾ ਰਹੀ ਹੈ, ਸਮਰਥਨ ਦੇ ਵਿੱਚ ਲੋਕ ਰੈਲੀਆਂ ਕੱਢ ਰਹੇ ਨੇ। ਔਰ ਇੱਕ ਤਾਂ ਇਹ ਅਸੀਂ ਮਿਸਾਲ ਪੇਸ਼ ਕਰ ਰਹੇ, ਦੂਜੇ ਪਾਸੇ ਜਦੋਂ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਕੀ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਕਿਸ ਤਰੀਕੇ ਦਾ ਜਦੋਂ ਇਹ ਹਾਲਾਤ ਦੇਖਣਗੇ ਜਾਂ ਤਸਵੀਰਾਂ ਦੇਖਣਗੇ ਤੇ ਕੀ ਮੈਸੇਜ ਕਨਵੇ ਕੀਤੀ ਜਾਂਦਾ ਹੈ? ਮਤਲਬ ਇਸ ਬਾਰੇ ਤੁਹਾਨੂੰ ਪਤਾ ਹੀ ਹੈ ਸ਼ਹਿਰੀ, ਪਤਾ ਹੀ ਹੈ ਤੁਹਾਨੂੰ, ਤੁਹਾਡੇ ਵੀ ਕਈ ਵਾਰੀ ਮੈਨੂੰ ਤੇ ਕੈਨੇਡਾ 'ਚ ਇਹੋ ਜਿਹੇ ਕਈ ਸੀਨ ਜਿਹੜੇ ਮਿਲਦੇ ਆ, ਉੱਥੇ ਵੀ ਗੱਤਕੇ ਡਿਸਪ੍ਰੋਪੋਰਸ਼ਨੇਟ ਕਈ ਵਾਰੀ ਖੇਡਣ ਲੱਗ ਜਾਂਦੇ। ਦੇਖੋ ਗੱਲ ਕੈਨੇਡਾ, ਅਮਰੀਕਾ ਦੀ, ਭਾਰਤ ਦੀ, ਅਸੀਂ ਇਸ ਵੇਲੇ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਵੀ ਹਰ ਕਿਤੇ ਤਸਵੀਰ ਆ ਜਾਂਦੀ ਹੈ। ਇਸ ਵੇਲੇ ਸਾਡੇ ਕੋਲ ਜਦੋਂ ਇਹ ਅਪਡੇਟ ਤਸਵੀਰ ਪਹੁੰਚੀ ਹੈ ਤਾਂ ਅਸੀਂ ਗੱਲ ਭਾਰਤ ਦੀ ਹੀ ਕਰ ਰਹੇ ਹਾਂ, ਜਦੋਂ ਇਸ ਵੇਲੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਹਰਕਤ ਸਾਹਮਣੇ ਆਈ ਹੈ, ਇਸ ਲਈ ਅਸੀਂ ਇਸ ਦੇ ਉੱਤੇ ਅਪਡੇਟ ਗੱਲ ਕਰ ਰਹੇ ਹਾਂ। ਸ਼ਹਿਰੀ, ਮੈਂ ਤਾਂ ਇਹ ਕਹਿਣਾ ਕਿ ਸਾਨੂੰ ਸਿੱਖ ਸਮੁਦਾਇ ਨੂੰ ਸਮੁੱਚੇ ਤੌਰ ਤੇ ਸਮਝਣਾ ਚਾਹੀਦਾ ਕਿ ਸਾਡੇ ਜਿਹੜੇ ਕਾਰਨਾਮੇ ਆ, ਕਾਰਗੁਜ਼ਾਰੀ ਹੈ, ਸਾਡਾ ਜਿਹੜਾ ਵਿਚਾਰ ਦੇ ਨਾਲ ਕਿਰਦਾਰ ਹੈਗਾ ਔਰ ਜਿਹੜਾ ਸਾਡਾ ਕਰਮ ਹੈਗਾ, ਉਹ ਬਿਲਕੁਲ ਮੈਚ ਕਰਨਾ ਚਾਹੀਦਾ। ਜੇ ਅਸੀਂ ਵਿਚਾਰ ਇਹ ਹੈ ਸਾਡਾ ਕਿ ਕਿਸੇ ਦੇ ਨਾਲ ਧੱਕਾ ਨਾ ਹੋਏ, ਕੋਈ ਗਰੀਬ ਅਮੀਰ ਦਾ ਵਿਤਕਰਾ ਨਾ ਹੋਏ, ਕੋਈ ਜਾਤੀਗਤ ਵਿਤਕਰਾ ਨਾ ਹੋਏ, ਔਰਤਾਂ ਦੀ ਇੱਜ਼ਤ ਹੋਏ,
ਪਰ ਇਹ ਤੇ ਵਿਚਾਰ ਹੋ ਗਿਆ ਜਿਹੜਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ, ਸਾਡੇ ਗੁਰੂਆਂ ਸਾਹਿਬ ਨੇ ਸਾਨੂੰ ਦਿੱਤੀ ਹੈ। ਤੇ ਘਰ ਵਿੱਚ ਅਸੀਂ ਸਾਰਾ ਕੁਝ ਕਰੀਏ, ਜਨਾਨੀ ਨੂੰ ਵੀ ਕੁੱਟੀ ਜਾਈਏ ਤੇ ਉਹਨੂੰ ਗਾਲੀ ਗਲੋਚ ਵੀ ਕਰੀਏ, ਤੇ ਫਿਰ ਬਾਹਰ ਕੋਈ ਨੌਕਰ ਆ ਗਿਆ ਜਾਂ ਛੋਟਾ ਮੋਟਾ ਕਰਿੰਦਾ ਆ ਗਿਆ ਉਹਨੂੰ ਵੀ ਚਾਰ ਗਾਲਾਂ ਚਾਰ ਥੱਪੜ ਮਾਰ ਦਈਏ, ਇਹ ਤੇ ਗੱਲ ਨਾ ਬਣੀ। ਫਿਰ ਸਾਨੂੰ ਫਿਰ ਆਪਾਂ ਫਰਕ ਕੀ ਹੋਇਆ, ਵਿਚਾਰ ਇੱਕ ਪਾਸੇ ਆ, ਤੁਹਾਡਾ ਕਿਰਦਾਰ ਤੇ ਕਰਮ ਜਿਹੜਾ ਦੂਜੇ ਪਾਸੇ ਹੈ। ਇਸ ਲਈ ਉਹ ਸਾਰੀ ਚੀਜ਼ ਨੂੰ ਟ੍ਰਾਂਸੈਂਡ ਕਰਨਾ ਔਰ ਉਸ ਵਿਚਾਰ ਨੂੰ ਲੈ ਕੇ ਅਸਲ ਵਿੱਚ ਧਰਾਤਲ ਦੇ ਵਿੱਚ ਉਸ ਨੂੰ ਉਤਾਰਨਾ, ਅਸਲ ਵਿੱਚ ਜੀਵਨ ਚ ਉਤਾਰਨਾ, ਉਹ ਕਾਫੀ ਕਠਿਨ ਕੰਮ ਤੇ ਹੈਗਾ। ਪਰ ਕੁਝ ਕੁ ਲੋਕਾਂ ਨੂੰ ਜਿਹੜੇ ਉਹਨਾਂ ਦੇ ਲੀਡਰ ਸਾਹਿਬਾਨ ਆ ਉਹਨਾਂ ਨੂੰ ਤੇ ਕਰਨਾ ਹੀ ਪਊਗਾ। ਜੇ ਲੀਡਰ ਸਾਹਿਬਾਨ ਹੀ ਜਿਹੜੇ ਭਾਵੇਂ ਉਹ ਰਾਜਨੀਤਿਕ ਰੂਪ ਚ ਹੋਣ, ਰਾਜਨੀਤਿਕ ਪਾਰਟੀਆਂ ਦੇ ਰੂਪ ਚ ਹੋਣ, ਭਾਵੇਂ ਉਹ ਧਾਰਮਿਕ ਲੀਡਰਾਂ ਦੇ ਰੂਪ ਚ ਹੋਣ, ਉਹ ਜੇ ਉਹਦੇ ਤੇ ਪੂਰਾ ਨਹੀਂ ਉਤਰਦੇ ਤੇ ਜਿੰਨੇ ਮਰਜ਼ੀ ਅਸੀਂ ਵਿਚਾਰ ਲੈਕਚਰ ਦੇਈ ਚਲੋ, ਕੀਰਤਨ ਕਰਾ ਦਿਓ, ਹੋਰ ਕਰਾ ਦਿਓ, ਭਾਸ਼ਣ ਦੇ ਦਿਓ, ਉਹਦਾ ਕੋਈ ਅਰਥ ਨਹੀਂ ਰਹਿੰਦਾ। ਲੋਕਾਂ ਨੇ ਤੁਹਾਡੀ ਪ੍ਰੈਕਟਿਸ ਦੇਖਣੀ ਆ। ਮੰਨ ਲਓ ਤੁਹਾਡੇ ਕੋਈ ਇੱਥੇ ਤੂਫਾਨ ਹੋਰ ਸਾਰਾ ਆ ਜਾਂਦਾ, ਜਿਵੇਂ ਖਾਲਸਾ ਏਡ ਜਾਂਦੇ ਆ, ਹੋਰ ਵੀ ਕਈ ਜਾਂਦੇ ਆ, ਇਹੋ ਜਿਹੀਆਂ NGO ਬਣੀਆਂ ਹੋਈਆਂ, ਸੁਸਾਇਟੀਆਂ ਬਣੀਆਂ, ਉਹ ਵਾਹ ਸਾਰੇ ਸਿੱਖਾਂ ਦੀਆਂ ਹੁੰਦੀ, ਸਾਰੀ ਦੁਨੀਆ ਚ ਹੁੰਦੀ ਆ ਵੀ ਹਾਂ ਭਾਈ ਇਹ ਨਿਸ਼ਕਾਮ ਸੇਵਾ ਕਰਦੇ ਆ। ਇਸੇ ਤਰੀਕੇ ਨਾਲ ਸਾਡੀ ਉਹ ਤੇ ਛੋਟੀਆਂ ਸੰਸਥਾਨ ਹੈਗੀਆਂ, ਇਹ ਤੇ ਬਹੁਤ ਵੱਡੇ ਸੰਸਥਾਨ ਹੈਗੇ ਆ ਸਾਡੇ SGPC ਜਾਂ ਹੋਰ ਸਾਰੇ, ਜਾਂ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਬਾਡੀਜ਼ ਹੈਗੀਆਂ, ਉਹ ਕਿਉਂ ਨਹੀਂ ਇਹੋ ਜਿਹੇ ਫੈਸਲੇ ਲੈ ਕੇ ਸਾਰਾ ਕੁਝ ਕਰਦੀਆਂ ਵੀ ਹੈ, ਮੈਂ ਨਹੀਂ ਕਹਿੰਦਾ ਨਹੀਂ ਕਰਦੀਆਂ, ਪਰ ਨਾਲ ਹੀ ਕਰਨ ਤੋਂ ਬਾਅਦ ਜੇ ਤੁਸੀਂ ਖੀਰ ਪਕਾ ਕੇ ਮਾੜੀ ਜੀ ਸਵਾਦ ਦੀ ਚੁਟਕੀ ਉੱਤੇ ਪਾ ਦੇਣੀ ਆ, ਫਿਰ ਉਹ ਖੀਰ ਦਾ ਸਵਾਦ ਤੇ ਕਿਰਕਰਾ ਹੋਊਗਾ ਹੀ। ਹੁਣ ਇਸ ਗੱਲ ਨੂੰ ਮਟਾਉਣ ਲਈ ਜਿਹੜੀ ਤੁਸੀਂ ਦਿਖਾ ਰਹੇ ਆ ਲੋਕਾਂ ਚ, ਇਹਨੂੰ ਮੁੜ ਕੇ ਸਾਫ਼ ਕਰਨ ਲਈ, ਆਪਣੇ ਅਕਸ਼ ਨੂੰ ਸਾਫ਼ ਕਰਨ ਲਈ ਕਿੰਨੀ ਮਿਹਨਤ ਕਰਨੀ ਪਊਗੀ, ਕਿੰਨਾ ਲੋਕਾਂ ਦੇ ਵਿੱਚ ਦੁਬਾਰਾ ਪ੍ਰਚਾਰ ਕਰਨਾ ਪਊਗਾ। ਤੁਸੀਂ ਆਪਾਂ ਨੂੰ ਈਜ਼ੀਲੀ ਅਵਾਇਡੇਬਲ ਸੀਗਾ, ਕੋਈ ਨੈਗੋਸ਼ੀਏਟ ਕਰੋ ਕਿਸੇ ਵੀ ਤਰੀਕੇ ਦੇ ਨਾਲ, ਸਾਰਾ ਉਸ ਦਾ ਰਾਹ ਕੱਢਿਆ ਜਾ ਸਕਦਾ ਸੀ। ਮੈਨੂੰ ਦੁੱਖ ਹੁੰਦਾ ਆ ਜਿਸ ਤਰੀਕੇ ਨਾਲ ਸੀਨ ਦੇਖਦੇ ਆ, ਇਹ ਸਿੱਖੀ ਮਰਿਆਦਾ ਵਾਲੇ ਸੀਨ ਨਹੀਂ ਹੈ, ਇਹ ਤੇ ਧੌਂਸਬਾਜ਼ੀ ਵਾਲੇ ਆ ਕਿ ਹਾਂ ਭਾਈ ਮੇਰਾ ਧਾਰਮਿਕ ਸਥਾਨਾਂ ਤੇ ਪ੍ਰੋਫੈਸਰ ਪਰਿਵਾਰਾਂ ਦੇ ਪਰਿਵਾਰ ਆਉਂਦੇ ਨੇ, ਛੋਟੇ ਬੱਚੇ ਜਦੋਂ ਲੈ ਕੇ ਆਉਂਦੇ ਨੇ ਤਾਂ ਪਰਿਵਾਰਾਂ ਨੂੰ ਇਹ ਹੁੰਦਾ ਅਰਦਾਸ ਕਰਨ ਜਾਣੀ, ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਨਾ ਹੈ, ਆਪਣੇ ਸੱਭਿਆਚਾਰ ਨਾਲ ਜੋੜਨਾ, ਤੇ ਜ਼ਰੂਰੀ ਹੈ ਕਿ ਉਹਨਾਂ ਨੂੰ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਨੂੰ ਆਪਣੇ ਕਲਚਰ ਬਾਰੇ, ਆਪਣੇ ਗੁਰੂਆਂ ਬਾਰੇ ਪਤਾ ਚੱਲੇ। ਤੇ ਜੇ ਗੁਰਦੁਆਰਿਆਂ ਦੇ ਵਿੱਚ ਜਾਂ ਫਿਰ ਕਿਸੇ ਵੀ ਧਾਰਮਿਕ ਸਥਾਨਾਂ ਦੇ ਵਿੱਚ ਇਹ ਹਾਲਾਤ ਬਣਨ ਲੱਗੇ ਤਾਂ ਕੀ ਉਹਨਾਂ ਨੂੰ ਮੈਸੇਜ ਆਏਗਾ, ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਕੀ ਉਹ ਇਹ ਸਿੱਖੇਗੀ? हाँ नहीं बिल्कुल ठीक है। तुसी जो है मैं तो खुद इस गल कंसर्न हाँ कि ये जो भी सीन जिस तरह तुसी सारी वीडियो क्लिपिंग दिखा रहे हैं, ਇਹਦਾ ਇੱਕ ਹੋਰ भी है, ਆਪਾਂ ਪਹਿਲਾਂ ਮਾਰ ਖਾ ਚੁੱਕੇ ਹਾਂ। ਤੁਹਾਨੂੰ ਪਤਾ ਜਦੋਂ 84 ਦਾ ਹੋਇਆ ਸੀ ਤੇ ਜਗ੍ਹਾ ਜਗ੍ਹਾ ਬੜੇ ਹਰਿਆਣਾ, ਯੂਪੀ, ਇੱਕ ਪੱਛਮੀ ਬੰਗਾਲ ਸੀ ਜਿੱਥੇ ਲੈਫਟ ਗਵਰਨਮੈਂਟ ਸੀ, ਉੱਥੇ ਏਡਾ ਵੱਡਾ ਉਹਦਾ ਰੈਪਰਕਸ਼ਨ ਨਹੀਂ ਹੋਇਆ, ਬਚਾਅ ਹੋ ਗਿਆ। ਬਾਕੀ ਸਾਰੀ ਜਗ੍ਹਾ ਤੁਸੀਂ ਦੇਖੋ ਕਿ ਕਾਫੀ ਰੈਪਰਕਸ਼ਨ ਹੋਏ ਸੀ, ਭਾਵੇਂ ਉਹ ਬਿਹਾਰ ਚ ਵੀ ਜ਼ਰੂਰ ਹੋਇਆ ਹੋਊਗਾ ਇਸ ਤਰੀਕੇ ਨਾਲ, ਨਦੇੜ ਦੇ ਆਸ-ਪਾਸ ਥੋੜਾ ਭਾਵੇਂ ਮਾਈਨਰ ਕਿਤੇ ਨੋਟਿਸ ਚ ਆਇਆ, ਕਿਤੇ ਨਹੀਂ ਆਇਆ। ਇਹ ਕੁੱਲ ਮਿਲਾ ਕੇ ਸਾਡੇ ਲਈ ਬੜਾ ਅਤੀ ਜ਼ਰੂਰੀ ਹੈ ਕਿ ਜੇ ਅਸੀਂ ਇਸ ਵਿਚਾਰ ਨੂੰ, ਇਸ ਸੰਸਕਾਰ ਨੂੰ, ਇਸ ਰਸਤੇ ਨੂੰ ਫੈਲਾਉਣਾ, ਤਾਂ ਫਿਰ ਅਸੀਂ ਤਰਕ ਨਾਲ ਚੱਲੀਏ, ਸਹਿਜ ਨਾਲ ਚੱਲੀਏ। ਜੋ ਸਾਡੇ ਸੰਸਥਾਨ ਤੇ ਸਾਡੇ ਕਰਮ ਹੈਗੇ ਆ ਕਿ ਲੰਗਰ ਲਾਉਣਾ, ਸਭ ਨੂੰ ਸੋਚ ਕੇ ਚੱਲਣਾ, ਹਰ ਇੱਕ ਨੂੰ ਗਲੇ ਲਾਉਣਾ, ਹਰ ਇੱਕ ਨਾਲ ਪਿਆਰ ਦੀ ਭਾਸ਼ਾ ਬੋਲਣੀ, ਉਹ ਸਾਰਾ ਸਾਡਾ ਜਿਹੜਾ ਆ ਮੁੱਖ ਧਰਮ ਤੇ ਕਰਮ ਹੋਣਾ ਚਾਹੀਦਾ। ਨਾ ਕਿ ਇਸ ਤਰੀਕੇ ਨਾਲ ਕਿ ਜੇ ਉਹਨਾਂ ਨੇ ਕਰੋਨਾ ਦੀ ਖਾਤਰ ਰੋਕਿਆ, ਉਹ ਤੇ ਖੁਦ ਇੰਪਲਾਈ ਹੈਗੇ, ਸਰਕਾਰ ਦੇ ਕਹੇ ਤੇ ਉਹਨਾਂ ਨੇ ਰੋਕਿਆ ਹੋਊਗਾ। ਤੁਹਾਨੂੰ ਇਹ ਧੱਕਾ ਜੇ ਲੱਗਦਾ ਵੀ ਹੈ ਤੇ ਇਹ ਧੱਕਾ ਦੂਰ ਕਰਨ ਵਾਲਾ ਕੋਈ ਤਰੀਕਾ ਆ, ਉਹ ਕੋਈ ਬਹੁਤਾ ਵਧੀਆ ਨਹੀਂ ਹੈਗਾ। ਇਹਦੇ ਨਾਲ ਇੱਕ ਧੱਕੇ ਨਾਲ ਦੂਜਾ ਧੱਕਾ ਜਿਹੜਾ ਜਿੱਤੋਗੇ, ਜੇ ਉਸ ਪੁਲਿਸ ਨੇ ਧੱਕਾ ਕੀਤਾ ਤੇ ਤੁਸੀਂ ਕਹੋ ਅਸੀਂ ਤੁਹਾਡੇ ਨਾਲ ਧੱਕਾ ਕਰਾਂਗੇ, ਇਹਦੇ ਨਾਲ ਇਨਸਾਫ ਨਹੀਂ ਹੋ ਜਾਂਦਾ, ਇਹਦੇ ਨਾਲ ਇਨਸਾਫ ਨਹੀਂ ਹੋ ਜਾਂਦਾ। ਇਸ ਤੋਂ ਸਾਨੂੰ ਅਵਾਇਡ ਕਰਨਾ ਚਾਹੀਦਾ, ਖਾਸ ਕਰ ਜਦੋਂ ਅਸੀਂ ਸਾਰੇ ਦੇਸ਼ ਵਿੱਚ ਫੈਲੇ ਹੋਏ ਹਾਂ ਔਰ ਥੋੜੀ ਗਿਣਤੀ 'ਚ ਹਾਂ। ਹੁਣੇ ਹੀ ਜਦੋਂ ਲਾਲ ਕਿਲੇ ਦੇ ਉੱਤੇ ਖਾਲਸਾ ਝੰਡਾ ਸੀਗਾ ਤੇ ਉਹਦੇ ਰੈਪਰਕਸ਼ਨ ਇੰਨਾ ਭੈ ਭੀਤ ਹੋ ਗਏ ਸੀਗੇ ਸਾਰੇ ਦਿੱਲੀ ਦੇ ਵਿੱਚ, ਸਿੱਖ ਸਿੰਘੂ ਟਿਕਰੀ ਬਾਰਡਰ ਤੇ ਬੈਠੇ ਹੋਏ, ਕਿਉਂਕਿ ਪਿੱਛੇ ਤੇ ਹਰਿਆਣਾ ਆ, ਆਪਾਂ ਤੇ ਹਰਿਆਣੇ ਦੇ ਵਿੱਚ ਬੈਠੇ ਆ। ਇੰਨਾ ਇਹ 2 ਦਿਨ ਭੈ ਭੀਤ ਹੋ ਕੇ ਕੱਢੇ ਆ ਕਿ ਕੁਝ ਫਿਰ ਦੁਬਾਰਾ ਇਹੋ ਜਿਹਾ ਕਿਤੇ ਚਿੰਜੜੀ ਛਿੜ ਨਾ ਜਾਏ।
ਇਹੋ ਜਿਹਾ ਕੰਮ ਕਰਕੇ ਅਸੀਂ ਉਹੋ ਜਿਹੀਆਂ ਚੀਜ਼ਾਂ ਨੂੰ ਫਿਰ ਮਜ਼ਬੂਤ ਕਰਦੇ ਹਾਂ। ਮੇਰਾ ਖਿਆਲ ਹੈ ਕਿ ਇਹ ਤੋਂ ਵੱਧ ਮੇਰੇ ਕੋਲ ਤੇ ਹੋਰ ਕੁਝ ਕਹਿਣ ਲਈ ਹੈ ਨਹੀਂ ਸ਼ਾਇਦ। ਜੀ ਵਾਕਈ ਪ੍ਰੋਫੈਸਰ ਸਾਹਿਬ, ਕਰੋਨਾ ਦੇ ਹਾਲਾਤ ਕੀ ਨੇ ਹੁਣ ਭਾਰਤ ਦੇ ਵਿੱਚ, ਔਰ ਕੀ ਵੈਕਸੀਨੇਸ਼ਨ ਕਿਵੇਂ ਦਿੱਤੀ ਜਾ ਰਹੀ ਹੈ, ਮਤਲਬ ਕੀ ਕੁਝ ਨਜ਼ਰ ਆ ਰਿਹਾ, ਸਪੈਸ਼ਲੀ ਤੁਹਾਡਾ ਵੈਕਸੀਨ ਦਾ ਨੰਬਰ ਆ ਗਿਆ? ਨਹੀਂ, ਨੰਬਰ ਤੇ ਆਇਆ, ਮੈਂ ਲਵਾਇਆ ਤੇ ਨਹੀਂ ਹੈਗਾ। ਮੈਨੂੰ ਕੋਈ ਸੱਚੀ ਤੇ ਗੱਲ ਹੈ ਕਿ ਮੈਨੂੰ ਐਂ ਲੱਗਦਾ ਰੱਬੋਂ ਇਹ ਨੰਬਰ 1 ਪਹਿਲਾਂ ਇਹ ਗੱਲ ਸਮਝੋ ਵੀ ਵੈਕਸੀਨ ਦੀ ਕੋਈ ਕਿਸੇ ਨੇ ਅਜੇ ਤੱਕ ਨਹੀਂ ਦੱਸਿਆ ਵੀ ਇਹਦੀ ਸਾਡੀ ਇਫੈਕਟ ਆ, ਜਾਨੀ ਜਿਹਨੂੰ ਕਹਿੰਦੇ ਆ ਇਮਿਊਨਿਟੀ ਕਿੰਨੇ ਚਿਰ ਆ, 3 ਮਹੀਨੇ ਲਈ ਆ, 6 ਮਹੀਨੇ ਲਈ ਆ, 2 ਮਹੀਨੇ ਲਈ ਆ, ਕਿੰਨੀ ਹੈਗੀ। ਇਧਰ ਧੜਾ ਧੜ ਉੱਥੇ ਵੈਕਸੀਨ ਬਣਾਇਆ, ਦੂਜੇ ਠੋਕੀ ਜਾਂਦੇ ਆ ਜਿਵੇਂ ਤੁਸੀਂ ਜਾਨਵਰਾਂ ਨੂੰ ਠੋਕਣਾ ਹੋਵੇ। ਇੰਝ ਨਾ ਕਰੋ। ਤਾਂ ਇਹਦਾ ਵੈਕਸੀਨ ਬਣਦਾ ਹੀ ਘੱਟੋ ਘੱਟ ਪ੍ਰਕਿਰਿਆ ਤਕਰੀਬਨ 2 ਸਾਲ ਦੀ ਸੀ ਜੀ। ਪ੍ਰੋਫੈਸਰ ਸਾਹਿਬ, ਇੱਕ ਕਾਲ ਆਪਾਂ ਲੈ ਲਈਏ, ਇੱਕ ਕਾਲ ਆਪਾਂ ਅਟੈਂਡ ਕਰ ਲਈਏ, ਵੈਸੇ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਆਪਣੇ ਕੋਲ ਟਾਈਮ ਬਹੁਤ ਥੋੜਾ ਹੈ, ਤੁਸੀਂ ਜਲਦੀ ਆਪਣੀ ਗੱਲ ਕੰਪਲੀਟ ਕਰ ਲਓ। ਹਾਂ ਜੀ, ਮੈਂ ਜਸਪਾਲ ਸਿੰਘ ਬੋਲ ਰਿਹਾ ਜੀ, ਕੈਨੇਡਾ ਡੈਲਟਾ ਤੋਂ। ਜੀ ਜਸਪਾਲ ਸਰ, ਹਾਂਜੀ ਕੀ ਕਹਿਣਾ ਚਾਹੋਗੇ ਸਰ? ਹਾਂ ਜੀ, ਮੈਂ ਕਹਿਣਾ ਚਾਹਾਂ ਆਪਣੇ ਜੋ ਹੋਇਆ ਨੰਦੇੜ ਸਾਹਿਬ ਜਿਹੜਾ ਹੋਇਆ ਨਾ ਜੀ ਸਾਹਿਬ, ਇਹ ਤਾਂ ਬਹੁਤ ਮਾੜੀ ਗੱਲ ਹੋਈ ਆ। ਇਹਨਾਂ ਸਿੱਖਾਂ ਦੇ ਜਿਹੜਾ ਸਿੱਖਾਂ ਨੇ ਕੀਤਾ ਜਾਂ ਕਿਸੇ ਨੇ ਵੀ ਕੀਤਾ, ਇਹ ਤਾਂ ਮੋਦੀ ਸਰਕਾਰ ਨੂੰ ਇਹ ਬਲ ਮਿਲਣ ਵਾਲੀ ਗੱਲ ਆ। ਉਹ ਤਾਂ ਅੱਗੇ ਚਾਹੁੰਦੇ ਆ ਵੀ ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਲਈ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ, ਕਿਉਂਕਿ ਕਿਸਾਨੀ ਅੰਦੋਲਨ ਜਿਹੜਾ ਉਹ ਬਹੁਤਾ ਸਿੱਖਾਂ ਦਾ ਅੰਦੋਲਨ ਆ। ਇਸ ਕਰਕੇ ਤਾਂ ਇਹ ਤਾਂ ਬਹੁਤ ਮਾੜੀ ਗੱਲ ਹੈ। ਇਹ ਵਿੱਚ ਬਹੁਤ ਜਿਹੜੀ ਇੰਨੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਵੀ ਏਦਾਂ ਮਸਲੇ ਥੋੜ੍ਹਾ ਹੱਲ ਹੁੰਦੇ ਜੀ ਬਿਲਕੁਲ। ਤੇ ਇਹ ਬਹੁਤ ਨਿੰਦਣਯੋਗ ਗੱਲ ਆ, ਔਰ ਇਹਨਾਂ ਸਾਡਾ ਸਿੱਖੀ ਦਾ ਅਕਸ ਵੀ ਖਰਾਬ ਹੁੰਦਾ, ਔਰ ਹਿੰਦੂ ਸਿੱਖ ਏਕਤਾ ਨੂੰ ਵੀ ਧੱਕਾ ਲੱਗਦਾ ਜੀ। ਤੇ ਇਹਦਾ ਪ੍ਰਕਸ਼ਨ ਜਿਹੜੇ ਆ ਪ੍ਰੋਫੈਸਰ ਨੇ ਜਿੱਦਾਂ ਕਿਹਾ ਵੀ ਬਹੁਤ ਮਾੜੇ ਨਿਕਲਣ ਵਾਲੇ ਆ। ਇਹ ਤਾਂ ਮੋਦੀ ਉਹਨਾਂ ਬੀਜੇਪੀ ਨੂੰ ਬਲ ਮਿਲ ਰਿਹਾ, ਉਹਨੇ ਸਿੱਖਾਂ ਨੂੰ ਇਸ ਕਰਕੇ ਬਦਨਾਮ ਕਰਨਾ। ਲੋਕਾਂ ਵਿੱਚ ਜਿਹੜੇ ਹਿੰਦੂ ਭਾਈਚਾਰਾ ਹੋਰ ਸੂਬਿਆਂ 'ਚ ਉਹਨੇ ਵੀ ਕੋਈ ਖਾਸ ਜਾਂ ਬਹੁਤ ਮਾੜਾ ਅਸਰ ਜਾਊਗਾ ਜੀ। ਬਿਲਕੁਲ ਜਸਪਾਲ ਜੀ, ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਜੀ। ਪ੍ਰੋਫੈਸਰ ਸਾਹਿਬ, ਮੈਂ ਬਹੁਤ ਦਾਦ ਦਿੰਦਾ ਆ ਜਸਪਾਲ ਹੋਣਾ ਦੀ, ਜਿਨ੍ਹਾਂ ਨੇ ਬੜੇ ਆਪਣੇ ਕਲੀਅਰ ਥੋੜੇ ਸ਼ਬਦਾਂ 'ਚ ਆਪਣੇ ਵਿਚਾਰ ਰੱਖੇ ਆ। ਹਰ ਜੈਨੂਅਨ ਜਿਹੜਾ ਬੰਦਾ ਉਹ ਇੰਜੀ ਬੋਲੂਗਾ ਤੇ ਇੰਜੀ ਸੋਚੂਗਾ ਜੀ। ਇਹ ਵੀ ਗੱਲ ਉਹਨਾਂ ਨੇ ਦੇਖੋ ਮੇਰੇ ਨਾਲੋਂ ਇੱਕ ਗੱਲ ਅਗਲੀ ਵੀ ਕਰਤੀ ਕਿ ਇਹਦੇ ਨਾਲ ਜਿਹੜੇ ਮੋਦੀ ਜੀ ਤੇ RSS ਦੇ ਘਰਾਂ 'ਚ ਘਿਓ ਦੇ ਦੀਵੇ ਬਲਦੇ ਆ। ਤੁਹਾਨੂੰ ਆਜ਼ਾਦੀ ਤੋਂ ਪਹਿਲਾਂ ਪਤਾ ਕਿ ਕਿਵੇਂ ਇੱਕ ਪਾਸੇ ਦੀ ਜਿਹੜੀ ਕਮਿਊਨਲ ਫੀਲਿੰਗ ਸੀਗੀ, ਹਿੰਦੂ ਮਹਾਸਭਾ ਜਾਂ ਹੋਰ ਸਾਰੇ ਸੀਗੇ, ਦੂਜਾ ਮੁਸਲਿਮ ਲੀਗ ਇੱਕ ਦੂਜੇ ਨੂੰ ਫੀਡ ਕਰਦੇ ਸੀ। ਇਧਰੋਂ ਜਦੋਂ ਮਤਲਬ ਜਾਂਦਾ ਸੀਗਾ ਕਿ ਹੈ ਅਲੀ ਦੇ ਨਾਰੇ ਲੱਗਦੇ ਸੀ, ਦੂਜੇ ਪਾਸੇ ਭਾਰਤ ਮਾਤਾ ਦੀ ਜੈ ਦੇ ਨਾਰੇ, ਤੇ ਇਹ ਇੱਕ ਦੂਜੇ ਨੂੰ ਫੀਡ ਕਰਦੇ ਆ। ਵਿੱਚੋਂ ਕੀ ਹੁੰਦਾ, ਜਿਹੜੇ ਚੰਗੇ ਬੰਦੇ ਸੈਕੂਲਰ ਮਾਈਂਡਡ ਬੰਦੇ ਆ, ਜਿਹੜੇ ਇੱਕ ਰੈਸ਼ਨਲ ਆਰਡਰ ਚਾਹੁੰਦੇ ਆ, ਇੱਕ ਚੰਗਾ ਸਿਵਲ ਸੁਸਾਇਟੀ ਚਾਹੁੰਦੇ ਆ, ਉਹ ਸਾਰੇ ਇੱਕ ਪਾਸੇ ਹੋ ਜਾਂਦੇ, ਕਿਉਂਕਿ ਅੱਗ ਦੂਜੇ ਪਾਸੇ ਨੂੰ ਲੱਗ ਜਾਂਦੀ, ਉਹ ਇੱਕ ਦੂਜੇ ਨੂੰ ਉਹਨੂੰ ਮਾਰਦਾ, ਫਿਰ ਉਹ ਇੰਨੀ ਵੱਧ ਜਾਂਦੀ ਅੱਗ ਕਿ ਉਸ ਅੱਗ 'ਚ ਸਾਰੇ ਹੀ ਸੜਦੇ ਆ। ਉਹ ਜਿਹੜੇ ਅੱਗ ਲਾ ਰਹੇ ਹੁੰਦੇ ਆ ਉਹ ਵੀ ਸੜਦੇ ਆ, ਤੇ ਜਿਹੜੇ ਵਿਚਾਰੇ ਨਹੀਂ ਚਾਹੁੰਦੇ ਹੁੰਦੇ ਉਹ ਵੀ ਵਿੱਚੇ ਸੜ ਜਾਂਦੇ। ਉਹ ਦੇਖਦਾ ਥੋੜੀ ਆ, ਫਿਰ ਦੇਖਦਾ ਥੋੜੀ ਉਸ ਗੱਲ ਨੂੰ। ਹੁਣ ਦੇਸ਼ ਦੇ ਅੰਦਰ RSS ਵੱਲੋਂ ਲਗਾਤਾਰ ਇਹੋ ਜਿਹਾ ਸ਼ਹਿਰੀ ਮਾਹੌਲ ਬਣਾਇਆ ਜਾ ਰਿਹਾ। ਮੈਂ ਤੁਹਾਨੂੰ ਨਿੱਕੀ ਐਗਜ਼ਾਮਪਲ ਦੱਸਦਾ। ਇਹ MLA ਜਿਹੜੇ ਆ ਮਲੋਟ ਵਾਲੇ, ਜਿਹੜੇ ਉਹਨਾਂ ਨੂੰ ਹੁਣੇ ਮਲੋਟ ਦੇ ਵਿੱਚ ਅਬੋਹਰ ਦੇ MLA ਜਿਹਨਾਂ ਦੀ ਮਲੋਟ ਦੇ ਵਿੱਚ ਉਹਨਾਂ ਤੇ ਹਮਲਾ ਹੋਇਆ ਤੇ ਨਿਰਵਾਸਿਤ ਕੀਤਾ। ਠੀਕ ਹੈ, ਅਗਲੇ ਦਿਨ ਹੀ BJP ਦੇ ਜਿਹੜੇ ਸਪੋਕਸਮੈਨ ਆ ਉਹਨਾਂ ਨੇ ਇਹ ਗੱਲ ਬਣਾ ਲਈ ਕਿ ਜਿਹੜਾ ਅਰੁਣ ਨਾਰੰਗ ਆ, ਕਿਉਂਕਿ ਉਹ ਅਰੋੜਾ ਹੈਗਾ, ਤੇ ਨਾਲ ਹੀ ਇਹ ਕਹਿਤਾ ਕਿ ਅਰੋੜੇ ਜਿਹੜੇ ਆ ਉਹ 20% ਆ ਪੰਜਾਬ ਦੇ ਵਿੱਚ, ਉਹ 'ਚ ਹਿੰਦੂ ਵੀ ਆ, ਸਿੱਖ ਵੀ ਆ, ਉਹ ਸਾਰੇ ਅਰੋੜਾ ਬਰਾਦਰੀ ਇਕੱਠੀ ਹੋ ਗਈ ਹੈ। ਇਹ ਅਰੋੜਾ ਬਰਾਦਰੀ ਤੇ ਹਮਲਾ ਕੀਤਾ, ਲਓ ਕਰ ਲਓ ਗੱਲ। ਉਹ ਵੰਡੀਆਂ ਪਾਉਣ ਵਾਲਾ ਕੰਮ। ਦੂਸਰੇ ਪਾਸੇ ਇਸੇ ਤਰ੍ਹਾਂ ਹੀ ਸੋਮ ਪ੍ਰਕਾਸ਼ ਜਿਹੜੇ ਆ ਉਹ ਮਿਨਿਸਟਰ ਹੈਗੇ ਆ, ਔਰ ਉਹ ਦਲਿਤ ਸਮੁਦਾਇ ਚੋਂ ਰਿਜ਼ਰਵੇਸ਼ਨ ਚੋਂ ਆਉਂਦੇ ਆ। ਜਦੋਂ ਉਹਨਾਂ ਦੇ ਵਿਰੁੱਧ ਆ, ਨਾਲ ਉਹਦੀ ਵੀ ਗੱਲ ਜੋੜਤੀ ਅੱਗੇ ਜੀ, ਤੁਸੀਂ ਦਲਿਤਾਂ ਦੇ ਵਿਰੁੱਧ ਵੀ ਕੀਤਾ। ਇਸ ਲਈ ਉਹ ਤੇ ਪਹਿਲਾਂ ਹੀ ਬਹਾਨੇ ਲੱਭਦੇ ਫਿਰਦੇ ਆ ਕਿ ਜਿੱਥੇ ਚੂਲ ਜਿਹੜਾ ਪਾੜਾ ਵਧਾਇਆ ਜਾ ਸਕੇ, ਨਫ਼ਰਤ ਵਧਾਈ ਜਾ ਸਕੇ, ਸਮਾਜ ਨੂੰ ਕਮਜ਼ੋਰ ਕੀਤਾ ਜਾ ਸਕੇ, ਤਾਂ ਕਿ ਉਹ ਆਪਣੇ ਮਨਸੂਬੇ ਪੂਰੇ ਕਰ ਸਕਣ। ਬਿਲਕੁਲ। ਇੱਕ ਹੋਰ ਕਾਲਰ, ਆਪਣੇ ਕਾਲਰ ਅੱਜ ਬਹੁਤ ਲੇਟ ਜੁੜੇ ਨੇ ਆਪਣੇ ਨਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ। ਹਾਂਜੀ, ਪ੍ਰੋਫੈਸਰ ਸਾਹਿਬ ਨਾਲ ਬੇਨਤੀ ਕਰਨੀ ਸੀ ਜੀ ਵੀ ਦੇਖੋ, ਜਿਹੜਾ ਗੁਰੂ ਸਾਹਿਬ ਦਾ ਘਰ ਬਣਾਇਆ ਸੀ, ਉਹਨਾਂ ਨੇ ਕਿਹਾ ਸੀ ਵੀ ਤੁਸੀਂ ਲੋੜਵੰਦਾਂ ਦੀ ਮਦਦ ਕਰਨੀ ਆ, ਤੁਸੀਂ ਇਹ
ਜਿਹੜੇ ਕਰਦੇ ਆ ਨਾ, ਜਿੰਨਾ ਇਹ ਪਖੰਡ ਕਰਦੇ ਆ, ਇਹ ਸਾਰਾ ਗੁਰੂ ਸਾਹਿਬ ਨੇ ਨਹੀਂ ਸੀ ਕਿਹਾ। ਗੁਰੂ ਸਾਹਿਬ ਨੇ ਤਾਂ 10ਵੇਂ ਪਾਤਸ਼ਾਹ ਨੇ ਇੱਥੇ ਤੱਕ ਕਹਿਤਾ ਸੀ ਤੁਸੀਂ ਮੇਰੀ ਯਾਦਗਾਰ ਨਹੀਂ ਬਣਾਉਣੀ। ਉਹਨਾਂ ਨੂੰ ਪਤਾ ਸੀ ਵੀ ਇਹ ਪਖੰਡ ਕਰਨਗੇ, ਇਹਨਾਂ ਨੇ ਲੋੜਵੰਦਾਂ ਦੀ ਮਦਦ ਨਹੀਂ ਕਰਨੀ। ਇਹ ਜਿੰਨਾ ਸਿੱਖ ਧਰਮ ਵਿੱਚ ਹੋ ਰਿਹਾ, ਇਹ ਕੋਈ ਗੁਰੂ ਸਾਹਿਬ ਨੇ ਕਿਹਾ ਸੀ ਮੇਰੀਆਂ ਰੀਸਾਂ ਨਹੀਂ ਕਰਨੀਆਂ, ਤੁਸੀਂ ਗੁਰੂ ਗ੍ਰੰਥ ਨੂੰ ਮੰਨਣਾ, ਤੁਸੀਂ ਲੋੜਵੰਦਾਂ ਦੀ ਮਦਦ ਕਰਨੀ ਹੈ, ਇਹ ਜਿਹੜੀ ਸ਼ਤਾਬਦੀਆਂ ਮਨਾਉਣੀਆਂ, ਇਹ ਸਭ ਪਖੰਡ ਵਾ। ਦੇਖੋ ਗੁਰੂ ਸਾਹਿਬ ਦਾ ਹੁਕਮ ਮੰਨਣਾ ਨਹੀਂ, ਗੁਰੂ ਸਾਹਿਬ ਕਹਿ ਕੇ ਗਏ ਸੀ ਲੋੜਵੰਦਾਂ ਦੀ ਮਦਦ ਕਰੋ। ਦੇਖੋ ਹੁਣ ਪੰਜਾਬ ਦਾ ਕੀ ਹਾਲ ਹੈ, ਇੰਨਾ ਪੰਜਾਬ ਦਾ ਬੁਰਾ ਹਾਲ ਹੈ, ਅਸੀਂ ਸ਼ਤਾਬਦੀਆਂ ਮਨਾਉਂਦੇ, ਅਸੀਂ ਪਖੰਡ ਕਰਦੇ ਚੰਗੇ ਲੱਗਦੇ ਆ। ਇਹ ਸਾਰਾ ਕੁਛ ਪਖੰਡ ਵਾ। ਇਹ ਜਿੰਨਾ ਚਿਰ ਸਭ ਸਾਰੇ ਬੁੱਧੀਜੀਵੀ ਤੁਸੀਂ ਇਕੱਠੇ ਹੋਵੋ, ਜਿੰਨੇ ਰਿਟਾਇਰ ਬੰਦੇ ਆ ਸਾਰੇ ਮਹਿਕਮੇ ਦੇ ਇਕੱਠੇ ਕਰਕੇ ਤੁਸੀਂ ਇਕੱਠੇ ਹੋ ਕੇ ਇਹਨਾਂ ਨਾਲ ਗੱਲ ਕਰੋ, ਦੱਸੋ ਕਿੱਥੇ ਲਿਖਿਆ ਹੋਇਆ ਤੁਸੀਂ ਮਨਾਉਣੇ। ਜੀ ਸਰ, ਤੁਸੀਂ ਨਗਰ ਕੀਰਤਨ ਕੱਢਣੇ ਆ ਜੀ, ਸਾਰਾ ਕੁਝ ਪਖੰਡ ਵਾ। ਜਿੰਨਾ ਚਿਰ ਪਖੰਡ ਨਹੀਂ ਬੰਦ ਕਰਦਾ, ਉਹਨਾਂ ਚਿਰ ਗੁਰੂਆਂ ਦੀ ਧਰਤੀ ਨੂੰ ਬਚ ਸਕਦੀ। ਜੀ ਸਰ, ਥੈਂਕ ਯੂ ਸੋ ਮਚ ਸਰ। ਕਾਲਰ ਪ੍ਰੋਫੈਸਰ ਸਾਹਿਬ, ਆਪਣੇ ਕਾਲਰ ਅੱਜ ਥੋੜਾ ਜਿਹਾ ਲੇਟ ਜੁੜੇ ਨੇ, ਪਰ ਤੁਹਾਡੀ ਡਿਊਟੀ ਲਗਾਉਣਾ ਸਾਡੇ ਸਾਰੇ ਕਾਲਰ ਨਹੀਂ ਭੁੱਲਦੇ। ਮੈਨੂੰ ਲੱਗਦਾ ਪੰਜਾਬ ਦੀ ਜਿਹੜੀ ਵਾਗਡੋਰ ਆ ਹੁਣ ਤੁਹਾਡੇ ਹੱਥ ਦੇ ਵਿੱਚ ਹੀ ਹੈ, ਵੀ ਤੁਸੀਂ ਸਾਰੇ ਬੁੱਧੀਜੀਵੀ ਇਕੱਠੇ ਹੋ ਕੇ ਤੇ ਪੰਜਾਬ ਬਚਾਓ। ਜੇ ਮੈਨੂੰ ਮੇਰੇ ਵਰਗੇ ਬੰਦੇ ਨੂੰ ਫੜਾਉਣਗੇ, ਬਹੁਤਿਆਂ ਨੂੰ ਨਿਰਾਸ਼ਾ ਹੋਣੀ ਆ। ਮੈਂ ਤੇ ਬੜਾ ਸਿੱਧਾ ਸਾਦਾ ਠਾਹ ਸੋਟੇ ਵਾਲਾ ਬੰਦਾ, ਤੇ ਉਹਦੇ ਚ ਮੇਰੇ ਚ ਉਸ ਕਿਸਮ ਦੀ ਕੋਈ ਰੱਖ ਰਖਾ ਨਹੀਂ ਹੈਗਾ। ਮੈਂ ਇਸ ਕਰਕੇ ਮੈਂ ਇਹਨੂੰ ਆਪਣੇ ਬਾਰੇ ਕੋਈ ਬਹੁਤਾ ਭੁਲੇਖਾ ਨਹੀਂ, ਪਰ ਮੈਂ ਸਾਰਿਆਂ ਸਾਡੇ ਕਾਲਰ ਦਾ ਬੜਾ ਧੰਨਵਾਦੀ ਆ। ਉਹ ਇੰਨਾ ਭਰੋਸਾ ਕਰਦੇ ਆ। ਮੈਂ ਆਪਣੀ ਵੱਲੋਂ ਕੋਸ਼ਿਸ਼ ਕਰਦਾ ਕਿ ਜਿਹੜੀ ਆਮ ਬੰਦੇ ਦੀ ਆਵਾਜ਼ ਹੁੰਦੀ ਹੈ ਉਸ ਨੂੰ ਟਰਾਂਸਲੇਟ ਕਰਕੇ ਗਾਂ ਸਾਰੇ ਅੱਗੇ ਤੋਂ ਅੱਗੇ ਮੈਂ ਪਹੁੰਚਾਵਾਂ। ਉਹ ਚ ਕੁਝ ਮੇਰੀਆਂ ਆਪਣੇ ਨਿੱਜੀ ਕਮੀਆਂ ਵੀ ਹੋ ਸਕਦੀਆਂ, ਮੇਰੀ ਸੋਚ ਦੀਆਂ, ਮੇਰੇ ਐਨਾਲਿਸਿਸ ਦੀਆਂ, ਪਰ ਆਪਣੀ ਵੱਲੋਂ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਆਮ ਬੰਦਾ ਸੋਚਦਾ ਕਿ ਸਮਾਜ ਦੇ ਅੰਦਰ ਤੇ ਸਾਡੇ ਸਿਸਟਮ ਦੇ ਅੰਦਰ ਹੋਣਾ ਚਾਹੀਦਾ, ਮੈਂ ਕੋਸ਼ਿਸ਼ ਕਰਦਾ ਕਿ ਉਸ ਮੈਸੇਜ ਦੀ ਬੁਲੰਦੀ ਦੇ ਨਾਲ ਅੱਗੇ ਤੋਰਿਆ ਜਾਵੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਗੱਲਬਾਤ ਸਾਂਝੀ ਕਰਨ ਦੇ ਲਈ। ਧੰਨਵਾਦ ਜੀ ਸ਼ਹਿਰੀ, ਤੁਹਾਡੀ ਟੀਮ ਦਾ, ਸਾਡੇ ਕਾਲਰ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਸੀਂ ਗੱਲਾਂ ਤਾਂ ਕੀਤੀਆਂ, ਔਰ ਜਿਸ ਤਰੀਕੇ ਨਾਲ ਸ਼੍ਰੀ ਹਜ਼ੂਰ ਸਾਹਿਬ ਦੀਆਂ ਤਸਵੀਰਾਂ ਅਸੀਂ ਦੇਖੀਆਂ, ਬਾਕੀ ਬਹੁਤ ਹੀ ਨਿੰਦਣਯੋਗ ਇਹ ਘਟਨਾ ਹੈਗੀ ਹੈ। ਔਰ ਸਾਡੇ ਕਾਲਰਸ ਹੈ ਜਿਹੜੇ, ਉਹ ਅੱਜ ਬਹੁਤ ਹੀ ਦੇਰੀ ਨਾਲ ਸਾਡੇ ਨਾਲ ਜੁੜੇ। ਥੋੜਾ ਪਹਿਲਾਂ ਜੁੜਿਆ ਕਰੋ, ਕਿਉਂਕਿ ਜਦੋਂ ਵਾਈਂਡ ਅਪ ਹੋਣਾ ਹੁੰਦਾ ਫਿਰ ਆਪਣੀ ਗੱਲ ਪੂਰੀ ਨਹੀਂ ਹੋ ਪਾਉਂਦੀ। ਖੈਰ, ਆਪਾਂ ਕੱਲ ਫਿਰ ਜੁੜਾਂਗੇ, ਕੱਲ ਫਿਰ ਨਵੇਂ ਟੌਪਿਕਸ ਉੱਤੇ ਗੱਲ ਕਰਾਂਗੇ। ਪਰ ਇਸ ਘਟਨਾ ਨੂੰ ਲੈ ਕੇ ਸਾਰੇ ਕਿਤੇ ਇਹ ਮੈਸੇਜ ਵਾਕਈ ਹੀ ਜਾਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਛੋਟੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਜਾਂ ਛੋਟੀਆਂ ਘਟਨਾਵਾਂ ਕਿੱਥੇ ਜਾ ਕੇ ਡੈਮੇਜ ਕਰ ਸਕਦੀਆਂ ਨੇ ਪੂਰੀ ਕਮਿਊਨਿਟੀ ਨੂੰ। ਉਸ ਚੀਜ਼ ਦਾ ਖਿਆਲ ਰੱਖਣਾ ਸਾਡੀ ਸਾਰਿਆਂ ਦਾ ਜਿਹੜਾ ਫਰਜ਼ ਹੈ, ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਕਿਸੇ ਦੇ ਕਹੇ ਤੇ, ਕਿਸੇ ਤੇ ਭੜਕਾਉਣ ਦੇ ਉੱਤੇ ਨਾ ਆਇਆ ਕਰੋ। ਆਪਣੇ ਦਿਲ ਦੀ ਆਵਾਜ਼ ਔਰ ਜੋ ਵੀ ਕਰਨਾ ਹੁੰਦਾ ਆਪਣੇ ਤਰੀਕੇ ਨਾਲ ਸੋਚ ਸਮਝ ਕੇ ਕਰਿਆ ਕਰੋ, ਕਿਉਂਕਿ ਕਦੀ ਕਿਸੇ ਦੀ ਕਈ ਗੱਲ ਦੇ ਉੱਤੇ ਜਦੋਂ ਅਸੀਂ ਚੱਲਦੇ ਹਾਂ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਭੁਗਤਣਾ ਪੈ ਜਾਂਦਾ ਹੈ। ਸੋ ਸਾਡੇ ਹੋਰ ਵੀ ਕਾਲਰ ਕਾਲ ਕਰ ਰਹੇ ਨੇ, ਸੋ ਆਮ ਸੋ ਸੌਰੀ, ਮੈਂ ਹੁਣ ਤੁਹਾਡੀ ਕਾਲ ਪਿਕ ਨਹੀਂ ਕਰ ਪਾਵਾਂਗੀ ਕਿਉਂਕਿ ਹੁਣ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ। ਕੱਲ ਜ਼ਰੂਰ ਕਾਲ ਕਰਿਓ, ਕੱਲ ਆਪਾਂ ਸਾਰੇ ਜ਼ਰੂਰ ਮਿਲਾਂਗੇ। ਬਹੁਤ ਬਹੁਤ ਥੈਂਕ ਯੂ ਜੀ, ਔਰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।